ਜਾਏਗਾ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਫਿਲਹਾਲ ਇੱਕ ਬ੍ਰੇਕ ਤੇ ਅੱਜ ਤੁਹਾਨੂੰ ਗੱਲਬਾਤ ਸਾਡੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਸਟੂਡੀਓ ਪਹੁੰਚੇ ਨੇ ਜੀ ਅਮਨ ਢਿੱਲੋਂ ਹੋਰੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਕੈਲਗਰੀ ਤੋਂ। ਉਹ ਦੱਸਣਗੇ ਤੁਹਾਨੂੰ ਕਿ ਖਾਦ ਖੁਰਾਕ ਜਿਹੜੀ ਹੈ ਤੁਹਾਡੇ ਫੂਡ ਦੇ ਜ਼ਰੀਏ ਵੀ ਤੁਸੀਂ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ, ਭਾਵੇਂ ਉਹ ਕੈਂਸਰ ਹੋਵੇ, ਪੱਥਰੀਆਂ ਹੋਣ, ਹਾਰਟ ਅਟੈਕ ਹੋਵੇ, ਕੁਛ ਵੀ ਹੋਵੇ। ਉਹ ਜ਼ਰੂਰ ਸੁਣਨਾ। ਧੰਨਵਾਦ ਤੁਹਾਡਾ। ਤੇ ਜੁੜੋ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵੇ। ਉਹਦੇ ਤੋਂ ਬਾਅਦ ਫਰੈਸ਼ ਰਹਿਣਾ। ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ Lost Hill Travel Center 14814 Elm Street, Lost Hills। फोन नंबर 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਕਹਿੰਦੇ ਮੇਅਰ ਸਾਹਿਬ ਗਏ ਤਾਂ ਆਮ ਆਦਮੀ ਪਾਰਟੀ ਸੀਗੇ, ਉਹਨਾਂ ਦੀ ਕੁਰਸੀ ਨੂੰ ਮਜ਼ਬੂਤ ਕਰਦੇ ਕਰਦੇ ਕਹਿੰਦੇ ਅੰਮ੍ਰਿਤਸਰ ਦੇ ਮੇਅਰ ਦੀ ਆਪਦੀ ਕੁਰਸੀ ਦੀ ਲੱਤ ਚੂੜਾਂ ਹਿੱਲ ਗਈਆਂ ਜੀ। ਕਹਿੰਦੇ ਬਿਲਕੁਲ ਜੀ, ਜਦੋਂ ਮੇਅਰ ਸਾਹਿਬ ਗਏ ਆ ਉਦੋਂ ਇਹ ਲੱਗਦਾ ਸੀ ਉਹਨਾਂ ਨੂੰ ਕਿ ਦੇਸ਼ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਹੈ ਤੇ ਬਣ ਵੀ ਗਈ ਜੀ। ਸ਼ਾਇਦ ਮੇਅਰ ਸਾਹਿਬ ਨੂੰ ਇਸ ਗੱਲ ਦਾ ਵੀ ਭੁਲੇਖਾ ਸੀ ਕਿ ਜਦੋਂ ਸਰਕਾਰ ਬਣ ਗਈ ਤੇ ਸਾਰੇ ਦੇ ਸਾਰੇ ਕਾਉਂਸਲਰ ਟੁੱਟ ਕੇ ਮੇਰੇ ਨਾਲ ਆ ਜਾਣਗੇ। ਇਹ ਵੀ ਆਪਾਂ ਦੇਖਿਆ ਕਿ ਜਦੋਂ ਮੇਅਰ ਸਾਹਿਬ ਟੁੱਟ ਕੇ ਗਏ ਸੀ ਉਸ ਵੇਲੇ ਕੁਝ ਕਾਉਂਸਲਰ ਉਹਨਾਂ ਨਾਲ ਚਲੇ ਗਏ ਸੀ ਤੇ ਕੁਝ ਕਾਉਂਸਲਰ ਜਿਹੜੇ ਹੈਗੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਅੰਮ੍ਰਿਤਸਰ ਦੇ, ਉਹ ਅਕਾਲੀ ਦਲ ਨਾਲ ਵੀ ਚਲੇ ਗਏ ਸੀ, ਟੁੱਟ ਗਏ ਸੀ। ਫਿਰ ਵਿੱਚ ਦੀ ਇੱਕ ਨੋ ਕੌਨਫੀਡੈਂਸ ਮੋਸ਼ਨ ਵਾਲੀ ਗੱਲ ਬਣੀ ਤਾਂ ਉਸ ਵੇਲੇ ਮੇਅਰ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਪੂਰਾ ਕੌਨਫੀਡੈਂਸ ਹੈ, ਮੈਨੂੰ ਵਿਸ਼ਵਾਸ ਹੈ, ਮੇਰੇ ਕੋਲੇ ਗਿਣਤੀ ਪੂਰੀ ਹੈ, ਨੰਬਰ ਪੂਰੇ ਹੈ, ਇਸ ਕਰਕੇ ਮੈਨੂੰ ਕੋਈ ਖਤਰਾ ਹੀ ਹੈ ਨਹੀਂ ਜੀ। ਫਿਰ ਕੁਝ ਮੈਂਬਰਾਂ ਨੇ ਇਕੱਠਿਆਂ ਹੋ ਕੇ ਇੱਕ ਰੈਕੁਜੀਸ਼ਨ ਦਿੱਤੀ ਕਿ ਜੀ ਸਾਡਾ ਮੇਅਰ ਸਾਹਿਬ ਦੇ ਵਿੱਚ ਭਰੋਸਾ ਨਹੀਂ ਰਿਹਾ ਔਰ ਅਸੀਂ ਉਹਨਾਂ ਦੇ ਖਿਲਾਫ ਬੇਵਸਾਹੀ ਮਤਾ ਲੈ ਕੇ ਆਉਣਾ ਹੈ, ਮੀਟਿੰਗ ਬੁਲਾਈ ਜਾਵੇ। ਤੇ ਜੇ ਤੁਸੀਂ ਮੀਟਿੰਗ ਨਾ ਬੁਲਾਓਗੇ ਤਾਂ ਮਿਤੀ ਹੋਈ ਡੇਟ ਦੇ ਉੱਤੇ ਮੀਟਿੰਗ ਅਸੀਂ ਬੁਲਾ ਲਾਂਗੇ। ਉਹ ਮੀਟਿੰਗ ਦਾ ਸਮਾਂ ਦਿੱਤਾ, ਮੀਟਿੰਗ ਰੱਖੀ ਵੀ ਗਈ ਜੀ, ਲੇਕਿਨ ਸ਼ੁੱਕਰਵਾਰ ਨੂੰ ਮੇਅਰ ਸਾਹਿਬ ਨੇ ਮੀਟਿੰਗ ਜਿਹੜੀ ਹੈ ਉਹ ਰੱਦ ਕਰ ਦਿੱਤੀ। ਔਰ ਜਿਹੜੇ ਕਾਉਂਸਲਰ ਸੀ ਉਹ ਇਕੱਠੇ ਹੋ ਕੇ ਨਗਰ ਨਿਗਮ ਦੇ ਦਫ਼ਤਰ ਚਲੇ ਗਏ। ਉਹਨਾਂ ਨੇ ਜਾ ਕੇ ਉੱਥੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ, ਲੇਕਿਨ ਜਿਹੜੇ ਉੱਥੋਂ ਦੇ ਕਮਿਸ਼ਨਰ ਹੈ, ਮਿਊਨਿਸਪਲ ਕਮਿਸ਼ਨਰ ਸਾਹਿਬ ਨੇ ਕਹਿ ਦਿੱਤਾ ਕਿ ਮੇਅਰ ਦੇ ਕੋਲੇ ਇਹ ਪਾਵਰਾਂ ਹੈ ਕਿ ਉਹ ਮੀਟਿੰਗ ਨੂੰ ਰੱਦ ਕਰ ਸਕਦੇ ਹੈ। ਇਸ ਲਈ ਇਹ ਮੀਟਿੰਗ ਜਿਹੜੀ ਹੈਗੀ ਕੋਈ ਮਾਇਨੇ ਨਹੀਂ ਰੱਖਦੀ। ਇਹਦੇ ਬਾਵਜੂਦ ਦਾਨੇ ਵਾਲੀਆ ਸਾਹਿਬ ਉੱਥੇ 56 ਉਹਨਾਂ ਨੇ ਦਾਅਵਾ ਕੀਤਾ ਹੈ, ਜਿਹੜੇ ਬਖਸ਼ੀ ਜੀ ਹੈ ਡਿਪਟੀ ਮੇਅਰ, ਉਹਨਾਂ ਨੇ ਕਿਹਾ ਕਿ ਮੇਰੇ ਨਾਲ 56 ਜਿਹੜੀ ਹੈ, ਮੈਨੂੰ 56 ਮੈਂਬਰਾਂ ਦੀ ਹਮਾਇਤ ਹਾਸਲ ਹੈ। ਅੱਛਾ ਜੀ। ਔਰ ਇਹ 56 ਮੈਂਬਰ ਮੇਰੇ ਨਾਲ ਖੜੇ ਤੇ ਮੇਅਰ ਆਵੇ ਤੇ ਆ ਕੇ ਸਾਹਮਣਾ ਕਰੇ। ਉਹ ਸਾਹਮਣਾ ਕਰ ਨਹੀਂ ਰਿਹਾ, ਪ੍ਰਸ਼ਾਸਨ ਨਾਲ ਹੈ ਜੀ। ਇੱਥੇ ਇੱਕ ਗੱਲ ਯਾਦ ਰੱਖਣੀ ਪੈਣੀ ਹੈ ਆਪਾਂ ਨੂੰ ਕਿ ਇਹ ਗੱਲ ਕਹੀ ਜਾਂਦੀ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਲੋਕਾਂ ਦੀ ਸਰਕਾਰ ਹੈ, ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਔਰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਪੂਰੀ ਰਾਖੀ ਕੀਤੀ ਜਾਊਗੀ ਜੀ। ਲੇਕਿਨ ਕੁਝ ਗੱਲਾਂ ਪਿਛਲੇ ਦਿਨਾਂ 'ਚ ਆਪਣੇ ਧਿਆਨ ਦੇ ਵਿੱਚ ਆਈਆਂ
ਤੁਹਾਡੇ ਧਰਮਕੋਟ ਦੇ ਵਿੱਚ ਵੀ ਦੇਖਿਆ ਹੋਣਾ ਤੁਸੀਂ, ਉੱਥੇ ਵੀ ਇਹੀ ਕੁਝ ਹੋਇਆ ਸੀ। ਉੱਥੇ ਵੀ ਜਿਹੜਾ ਹੈਗਾ, ਜਿਹੜਾ ਉੱਥੋਂ ਦਾ ਪ੍ਰਧਾਨ ਸੀ, ਉਸ ਪ੍ਰਧਾਨ ਦੇ ਖਿਲਾਫ ਕਹਿੰਦੇ ਜੀ ਨੋ ਕੌਨਫੀਡੈਂਸ ਲੈ ਆਂਦਾ ਜੀ। ਉਹ ਆਮ ਆਦਮੀ ਪਾਰਟੀ ਵਾਲੇ ਲੈ ਕੇ ਗਏ ਸੀ, ਲੇਕਿਨ ਪ੍ਰਧਾਨ ਨੇ ਕਿਹਾ ਕਿ ਨੋ ਕੌਨਫੀਡੈਂਸ ਵਾਸਤੇ 2/3 ਮੈਂਬਰ ਚਾਹੀਦੇ, ਔਰ 2/3 ਹੈ ਨਹੀਂ, ਮੇਰੇ ਨਾਲ ਆ ਜਿੰਨੇ ਮੈਂਬਰ ਚਾਹੀਦੇ ਮੇਰੇ ਨਾਲ ਖੜੇ ਉਹ ਲੈ ਕੇ ਚਲਾ ਗਿਆ ਸੀ। ਜੀ ਜੀ। ਉੱਥੇ ਤੁਸੀਂ ਦੇਖੋ ਕਿ ਪੁਲਿਸ ਵੀ ਮੌਕੇ ਤੇ ਮੌਜੂਦ ਸੀ, ਔਰ ਪੁਲਿਸ ਵਾਲੇ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਹੁਕਮ ਹੈ ਇਸ ਟੀਮ ਦਾ, ਤੁਸੀਂ ਇੱਥੇ ਵੜ ਨਹੀਂ ਸਕਦੇ ਜੀ। ਇਲੈਕਟਡ ਕਾਉਂਸਲਰਾਂ ਨੂੰ ਕੌਂਸਲ ਦੇ ਦਫ਼ਤਰ ਦੇ ਵਿੱਚ ਨਾ ਵੜਨ ਦੇਣਾ, ਮੇਰਾ ਖਿਆਲ ਹੈ ਵੀ ਇਦੋਂ ਵੱਡੀ ਤਾਂ ਕੋਈ ਧੱਕੇਸ਼ਾਹੀ ਹੋ ਨਹੀਂ ਨਾ ਸਕਦੀ। ਬਿਲਕੁਲ। ਔਰ ਇਹੀ ਕੁਝ ਹੁਣ ਅੰਮ੍ਰਿਤਸਰ ਦੇ ਵਿੱਚ ਹੋਇਆ ਹੈ। ਅੰਮ੍ਰਿਤਸਰ ਦੇ ਜਿਹੜੇ ਮਿਊਨਿਸਪਲ ਕਮਿਸ਼ਨਰ ਆ ਮਿਸਟਰ ਸੰਦੀਪ ਰਿਸ਼ੀ, ਉਹ ਕਹਿੰਦੇ ਜੀ ਇਹ ਜਿਹੜੀ ਹੈਗੀ ਜਦੋਂ ਮੇਅਰ ਨੇ ਕੈਂਸਲ ਕਰਤੀ ਤੇ ਇਸ ਮੀਟਿੰਗ ਦੀ ਤਾਂ ਕੋਈ ਬੁੱਕ ਕੀ ਹੈ ਨਹੀਂ। ਔਰ ਕਾਉਂਸਲਰਸ ਨੇ ਫਿਰ ਜਿਹੜੇ ਹੈਗੇ ਕਾਉਂਸਲਰ 56 ਕਾਉਂਸਲਰਾਂ ਨੇ ਉਹਨਾਂ ਨੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ ਇਹ ਸਪਸ਼ਟ ਕਰ ਦਿੱਤਾ ਕਿ ਸਾਡਾ ਮੇਅਰ ਮਿਸਟਰ ਬਖਸ਼ੀ ਹੈ, ਅਸੀਂ ਉਸ ਮੇਅਰ ਦੇ ਵਿੱਚ ਬੇਭਰੋਸਗੀ ਪ੍ਰਗਟ ਕਰ ਦਿੱਤੀ ਤੇ ਨਵਾਂ ਮੇਅਰ ਅਸੀਂ ਆਪਦਾ ਇਹਦੇ ਹੱਕ ਵਿੱਚ ਭਰੋਸਾ ਪ੍ਰਗਟ ਕਰਦੇ। ਕਾਗਜ਼ਾਂ ਪੱਤਰਾਂ ਦੇ ਮੁਤਾਬਕ ਜਦੋਂ ਆਪਾਂ ਦੇਖੀਏ ਕਿ ਸਰਕਾਰ ਉਹਨਾਂ ਦੀ ਹੈ, ਸਿਸਟਮ ਉਹਨਾਂ ਦੇ ਨਾਲ ਖੜੋਤਾ ਹੈ, ਕਾਗਜ਼ਾਂ ਪੱਤਰਾਂ ਦੇ ਵਿੱਚ ਇਹਦੀ ਕੋਈ ਅਹਿਮੀਅਤ ਨਹੀਂ, ਲੇਕਿਨ ਨੈਤਿਕ ਤੌਰ ਦੇ ਉੱਤੇ ਮੇਰੇ ਖਿਆਲ ਮੁਤਾਬਕ ਇਹ ਅੰਮ੍ਰਿਤਸਰ ਦੇ ਮੇਅਰ ਦੇ ਉੱਤੇ ਇੱਕ ਭਾਰੀ ਜਿਹੜਾ ਹੈਗਾ ਦਬਾਅ ਹੈ ਕਿ ਭਾਈ ਤੇਰੇ ਨਾਲ ਤੇਰੇ ਕਾਉਂਸਲਰ ਹੈ ਨਹੀਂ ਗੇ। ਯਾਦ ਕਰੋ, ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਕਿ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਹੈ, ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਰੰਤ ਜਿਹੜੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਇੰਚਾਰਜ ਲਾਏ ਸੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਜੀ, ਹਰੀਸ਼ ਚੌਧਰੀ ਨੇ ਵੀ ਪਟਿਆਲੇ ਜਾ ਕੇ ਜਿਹੜੇ ਕਾਂਗਰਸ ਪਾਰਟੀ ਦੇ ਕਾਉਂਸਲਰ ਸੀ ਉਹਨਾਂ ਨੂੰ ਇਕੱਠਿਆਂ ਕੀਤਾ ਸੀ। ਬਰਮ ਮਹਿੰਦਰਾ ਜੀ ਜਿਹੜੇ ਲੋਕਲ ਬਾਡੀ ਦੇ ਮਿਨਿਸਟਰ ਸੀ ਉਹਨਾਂ ਨੂੰ ਨਾਲ ਬਿਠਾਇਆ ਸੀ ਜੀ। ਔਰ ਜਿਹੜੇ ਪਟਿਆਲੇ ਦਾ ਮੇਅਰ ਸੀ ਉਸ ਮੇਅਰ ਦੇ ਖਿਲਾਫ ਵੀ ਉਹਨਾਂ ਨੇ ਉਸ ਵੇਲੇ ਇਸੇ ਤਰ੍ਹਾਂ ਦਾ ਇੱਕ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ ਸੀ। ਔਰ ਉਸ ਮੇਅਰ ਨੇ ਜਿਹੜਾ ਪਟਿਆਲੇ ਵਾਲਾ ਮੇਅਰ ਸੀ ਉਹਨੇ ਕਿਹਾ ਜੀ ਮੈਂ ਬੇਭਰੋਸਗੀ ਦਾ ਸਾਹਮਣਾ ਕਰੂੰਗਾ, ਔਰ ਉਹ ਸਾਹਮਣਾ ਕਰਨ ਵਾਸਤੇ ਉਹਨੇ ਕਿਹਾ ਸੀ ਮੈਂ ਜਾਣਾ। ਤੇ ਤੁਸੀਂ ਦੇਖੋ ਕਿ ਲੋਕਲ ਵਿਧਾਇਕ ਹੁੰਦਿਆਂ ਹੋਇਆ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੱਕ ਸੀ ਜੀ ਕਿ ਉਹ ਵੀ ਆਪਣੀ ਵੋਟ ਦਾ ਇਸਤੇਮਾਲ ਕਰੇ, ਤੇ ਮੇਰਾ ਖਿਆਲ ਹੈ ਵੀ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਆਪਦੀ ਵੋਟ ਦਾ ਇਸਤੇਮਾਲ ਕਰਨ ਵਾਸਤੇ ਨਗਰ ਨਿਗਮ ਦੇ ਦਫ਼ਤਰ ਗਿਆ ਸੀ ਪਟਿਆਲੇ। ਔਰ ਆਪਾਂ ਨੂੰ ਉਦੋਂ ਪਤਾ ਹੈ ਕਿ ਉਦੋਂ ਲਿਫਟ ਵੀ ਬੰਦ ਕਰਤੀ ਸੀ। ਇੱਕ ਸਾਬਕਾ ਮੁੱਖ ਮੰਤਰੀ ਹੋਵੇ, ਲੋਕਲ ਐਮਐਲਏ ਹੋਵੇ, ਉਮਰ ਉਹਦੀ ਵੱਡੀ ਹੋਵੇ, ਭਾਰ ਉਹਦਾ ਜ਼ਿਆਦਾ ਹੋਵੇ, ਔਰ ਉਹਨੂੰ ਪੌੜੀਆਂ ਚੜ੍ਹਨ ਵਾਸਤੇ ਮਜਬੂਰ ਕੀਤਾ ਗਿਆ ਸੀ। ਇਹ ਤੋਂ ਆਪਾਂ ਕਹਿ ਸਕਦੇ ਹਾਂ ਕਿ ਤਾਕਤ ਜੇ ਨਹੀਂ ਤਾਕਤ ਜੀ, ਜਦੋਂ ਤਾਕਤ ਹੱਥ ਦੇ ਵਿੱਚ ਆਉਂਦੀ ਹੈ ਉਦੋਂ ਬੰਦੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਭੁੱਲ ਜਾਂਦੇ ਆ ਜੀ। ਆਪਣੇ ਬਠਿੰਡੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਲੱਗੇ ਆ ਇਸ ਵੇਲੇ, ਇਹੀ ਡਿਪਟੀ ਕਮਿਸ਼ਨਰ ਸਾਹਿਬ ਉਦੋਂ ਉੱਥੇ ਹੁੰਦੇ ਸੀ ਆਪਣੇ ਮਿਊਨਿਸਪਲ ਕਮਿਸ਼ਨਰ ਜੀ ਪਟਿਆਲੇ। ਇਸੇ ਡਿਪਟੀ ਕਮਿਸ਼ਨਰ ਆਪਣੇ ਕਮਿਸ਼ਨਰ ਸਾਹਿਬ ਤੋਂ ਫਿਰ ਉਹਨਾਂ ਨੇ ਦਬਾਅ ਪਵਾ ਕੇ ਇੱਕ ਲੈਟਰ ਜਾਰੀ ਕਰਵਾਇਆ ਸੀ। ਇਹ ਕਿਹਾ ਸੀ ਕਿ ਮੇਅਰ ਸਾਹਿਬ ਆਪਣੀ ਗੱਡੀ ਵੀ ਵਾਪਸ ਭੇਜ ਦਿਓ ਤੇ ਆਪਣਾ ਡਰਾਈਵਰ ਵੀ ਵਾਪਸ ਭੇਜ ਦਿਓ, ਤੁਸੀਂ ਹੁਣ ਮੇਅਰ ਨਹੀਂ ਰਹੇ। ਮੇਅਰ ਪਟਿਆਲੇ ਵਾਲਾ ਜਿਹੜਾ ਸੀ ਉਹ ਹਾਈ ਕੋਰਟ ਚਲਾ ਗਿਆ ਸੀ ਜੀ, ਪਰ ਕਿਉਂਕਿ ਉਹਨੇ ਦਿਖਾਤਾ ਸੀ ਕਿ ਤੁਹਾਡੇ ਕੋਲ 2/3 ਬਹੁਮਤ ਹੈ ਨਹੀਂਗਾ, ਮੈਨੂੰ ਹਟਾ ਨਹੀਂ ਸਕਦੇ ਤੇ ਮੇਰੇ ਕੋਲੇ ਲੋੜੀ ਦੀ ਜਿਹੜੀ ਸਟਰੈਂਥ ਜਿਹੜੀ ਹੈਗੀ ਹੈ, ਤੇ ਫਿਰ ਪੰਜਾਬ ਸਰਕਾਰ ਨੇ ਆਪ ਕਿਹਾ ਸੀਗਾ ਜੀ ਨਹੀਂ ਜਿਹੜੀ ਹੈਗੀ ਹੈ ਨਿਯਮਾਂ ਮੁਤਾਬਕ ਅਸੀਂ ਇਹਨੂੰ ਹਟਾਇਆ ਨਹੀਂ। ਇਹ ਇੱਕ ਖੇਡ ਜੀ ਜ਼ਰੂਰ ਖੇਡ ਲਈ ਸੀ ਜੀ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਵੀ ਜੋ ਕੁਝ ਪਟਿਆਲੇ ਹੋਇਆ, ਜੋ ਕੁਝ ਧਰਮਕੋਟ ਦੇ ਵਿੱਚ ਹੋਇਆ ਸੀ, ਉਹੀ ਕੁਝ ਜਿਹੜਾ ਹੈਗਾ ਹੁਣ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ। ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਕਿ ਉੱਥੇ ਜਿਹੜੇ ਹੈਗੇ ਆ ਬੇਵਸਾਹੀ ਪ੍ਰਗਟ ਕਰਨ ਵਾਲੇ ਆਪੋਜੀਸ਼ਨ ਦੇ ਬੰਦੇ ਆ, ਉਹ ਕਹਿੰਦੇ ਜੀ ਅਸੀਂ ਵਸਾਈ ਪ੍ਰਗਟ ਕਰਦੇ ਆ, ਮੇਅਰ ਸਾਹਮਣਾ ਕਰੇ ਉੱਥੇ ਸਾਹਮਣਾ ਨਹੀਂ ਕਰ ਰਿਹਾ। ਪਟਿਆਲੇ 'ਚ ਸਾਹਮਣਾ ਕਰਦਾ ਸੀ, ਉਹਨੂੰ ਕਹਿੰਦਾ ਜੀ ਇਹ ਹਟ ਗਿਆ। ਹੁਣ ਵਾਲੇ ਕਹਿੰਦੇ ਸਾਡੇ ਕੋਲੇ ਜਿਹੜੇ ਤੁਹਾਡੇ ਰਾਏ ਆਪਣੇ ਧਰਮਕੋਟ ਵਾਲੇ ਕਹਿੰਦੇ ਸਾਡੇ ਕੋਲੇ ਮੈਜੋਰਿਟੀ ਨਹੀਂ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਜਿਹੜੇ ਲੋਕਤੰਤਰਕ ਸੰਸਥਾਵਾਂ ਹੈਗੀਆਂ, ਜਿਹੜੀਆਂ ਲੋਕਲ ਬਾਡੀਜ਼ ਜਿਹੜੀਆਂ ਹੈਗੀਆਂ, ਇਹਨਾਂ ਨੂੰ ਅਸੀਂ ਸਥਾਨਕ ਸਰਕਾਰਾਂ ਕਹਿ ਦਿੰਦੇ ਹਾਂ। ਜਿਹੜੀ ਲੋਕਤੰਤਰ ਉਦੋਂ ਹੀ ਮਜ਼ਬੂਤ ਹੋਊਗਾ ਜਦੋਂ ਸਥਾਨਕ ਸਰਕਾਰਾਂ ਮਜ਼ਬੂਤ ਹੋਣਗੀਆਂ। ਅਸਲ ਦੇ ਵਿੱਚ ਜਿਹੜੀਆਂ ਸੰਵਿਧਾਨਕ ਸੋਧ ਕਰਕੇ ਇਹਨਾਂ ਨੂੰ ਪਾਵਰਾਂ ਵੱਧ ਦਿੱਤੀਆਂ ਗਈਆਂ ਸੀ, ਲੇਕਿਨ ਉਹ ਪਾਵਰਾਂ ਕਾਗਜ਼ਾਂ ਪੱਤਰਾਂ 'ਚ ਹੀ ਹੈ। ਜਿਹਦੀ ਸਰਕਾਰ ਹੁੰਦੀ ਹੈ ਕਹਿੰਦੇ ਨੇ ਜਿਸਕੀ ਲਾਠੀ ਉਸਕੀ ਭੈਂਸ, ਉਹਦੇ ਮੁਤਾਬਕ ਹੀ ਉਹ ਆਪਣੇ ਆਪ ਨੂੰ ਮੋੜ ਲੈਂਦੇ ਹੈ। ਸੋ ਸ਼ਾਇਦ ਕਿਉਂਕਿ ਆਮ ਆਦਮੀ ਪਾਰਟੀ ਦੀ ਹੁਣ ਹਮਾਇਤ ਹਾਸਲ ਹੈ ਉਹਨਾਂ ਨੂੰ, ਇਸ ਲਈ ਸ਼ਾਇਦ ਸਰਕਾਰ ਉਹਨਾਂ ਦੀ ਹੈ। ਮੇਅਰ ਸਾਹਿਬ ਨੂੰ ਖਤਰਾ ਤਾਂ ਕੋਈ ਨਾ ਹੋਵੇ, ਲੇਕਿਨ ਨੈਤਿਕ ਜਿਹੜਾ ਦਬਾਅ ਉਹਨਾਂ ਤੇ ਬਣ ਗਿਆ ਕਿ ਬਹੁ ਗਿਣਤੀ ਲੋਕ ਉਹਨਾਂ ਦੇ ਖਿਲਾਫ ਹੈ। ਕੱਲ ਨੂੰ ਹੁਣ ਇਹ ਵੀ ਹੋ ਸਕਦਾ ਕਿ ਤੋੜ ਭੱਜ ਵੀ ਹੋ ਸਕਦੀ ਹੈ, ਕੁਝ ਬੰਦਿਆਂ ਨੂੰ ਤੋੜ ਕੇ ਨਾਲ ਲਾ ਵੀ ਸਕਦੇ ਹੈ। ਪਰ ਅੱਜ ਦੀ ਘੜੀ ਜਿਹੜੀ ਹੈਗੇ ਹੈ, ਉੱਥੋਂ ਦੇ ਮੇਅਰ ਦੀ ਕੁਰਸੀ ਹੈ ਜਿਹੜੀ ਉਹ ਡਗਮਗਾ ਰਹੀ ਹੈ ਅੰਮ੍ਰਿਤਸਰ ਦੀ। ਤੇ ਵੈਸੇ ਢਿੱਲੋਂ ਸਾਹਿਬ ਗੱਲ ਕਰੀਏ ਸਾਰੇ ਮਾਮਲੇ ਦੇ ਉੱਤੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਧੱਕਾ ਤਾਂ ਸਰਕਾਰਾਂ ਚੱਲਦੀਆਂ ਹੀ ਹੈ, ਪਰ ਕੀ ਮੇਅਰ ਸਾਹਿਬ ਜੇਕਰ ਹਾਊਸ ਦੇ ਵਿੱਚ ਕੱਲ ਨੂੰ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਕੀ ਮੇਅਰ ਸਾਹਿਬ ਆਪਣੀ ਉਹ ਚਲਾ ਸਕਣਗੇ?
ਨਹੀਂ ਦੇਖੋ, ਦੋ ਗੱਲਾਂ ਉਹਦੇ ਚ ਵੀ ਜਿਹੜੀ ਰੈਜੂਲੇਸ਼ਨ ਪਾਸ ਕਰਨੀ, ਜੇ ਮੈਜੋਰਿਟੀ ਰੈਜੂਲੇਸ਼ਨ ਪਾਸ ਨਾ ਕਰੂਗੀ ਤਾਂ ਫਿਰ ਤਾਂ ਚਲਾਉਣੀ ਬੜੀ ਮੁਸ਼ਕਲ ਹੋ ਜਾਣੀ। ਜਿਹੜਾ ਲਾਉਣ ਵਾਸਤੇ 2/3 ਚਾਹੀਦੀ ਹੈ ਜੀ, ਲੇਕਿਨ ਰੈਜੂਲੇਸ਼ਨ ਪਾਉਣ ਵਾਸਤੇ ਜਿਹੜਾ ਹੈਗਾ ਉੱਥੇ ਤਾਂ ਮੈਜੋਰਿਟੀ ਚਾਹੀਦੀ ਹੈ। ਉਹ ਵੀ ਇਸ ਗੱਲ ਦੇ ਉੱਤੇ ਕਿ ਜੇ ਤੁਸੀਂ ਠੀਕ ਤਰੀਕੇ ਦੇ ਨਾਲ ਮੀਟਿੰਗ ਕਰਾਉਣੀ ਹੋ, ਤੇ ਜੇ ਮੀਟਿੰਗ ਦੀ ਗੱਲ ਕਰ ਲਈ ਕਿ ਮੀਟਿੰਗ ਦਾ ਕੋਰਮ ਪੂਰਾ ਹੈ, ਜੀ, ਦੂਜਿਆਂ ਨੂੰ ਵੜਨ ਹੀ ਨਹੀਂ ਦਿੱਤਾ ਮੀਟਿੰਗ ਦੇ ਵਿੱਚ, ਪੁਲਿਸ ਬਾਹਰ ਖੜ ਗਈ ਵੀ ਅਸੀਂ ਨਹੀਂ ਤੁਹਾਨੂੰ ਅੰਦਰ ਵੜਨ ਦੇ, ਆਪਦੇ ਬੰਦੇ ਜਿਹੜੇ ਹੈਗੇ ਜਿਹੜੇ ਅੱਧੋਂ ਭਾਵੇਂ ਘੱਟ ਹੀ ਆਪਦੇ ਬੰਦੇ ਨਾਲ ਹੋਣ, ਉਹ ਕਹਿੰਦੇ ਜੀ ਆ ਲੋ ਕੋਰਮ ਪੂਰਾ ਹੋ ਗਿਆ ਤੇ ਅਸੀਂ ਆਪਣਾ ਰੈਜੂਲੇਸ਼ਨ ਪਾਸ ਕਰਤਾ, ਧੱਕਾ ਚੱਲ ਵੀ ਜਾਂਦਾ। ਇਹ ਤਾਂ ਅਸੀਂ ਦੇਖਿਆ ਬਹੁਤੇ ਵਾਰੀ, ਆਪਾਂ ਅਸੈਂਬਲੀਆਂ ਦੇ ਵਿੱਚ ਵੀ ਇਹ ਕੁਛ ਹੁੰਦਾ ਦੇਖਿਆ ਜੀ। ਯੂਪੀ ਦੀ ਅਸੈਂਬਲੀ ਦੇ ਵਿੱਚ ਤੁਹਾਡੇ ਯਾਦ ਹੋਣਾ ਇੱਕ ਵਾਰੀ ਕੁੱਟ ਕਟਾਪਾ ਹੀ ਹੋ ਗਿਆ ਸੀ ਅੰਦਰ। ਹਾਂ, ਹੋ ਗਿਆ ਸੀ। ਠੀਕ ਹੈ ਨਾ, ਉਦੋਂ ਮੇਰਾ ਖਿਆਲ ਹੈ ਜਿਹੜਾ ਯੂਪੀ ਦਾ ਮੰਜ਼ਰ ਸੀ ਉਹ ਸਭ ਨੇ ਦੇਖਿਆ ਸੀ ਕਿ ਲੋਕਤੰਤਰ ਦਾ ਘਾਣ ਕਿਹੋ ਜਾਂਦਾ, ਵਿਦੇਸ਼ੀ ਅਖਬਾਰਾਂ 'ਚ ਐਡੀਟੋਰੀਅਲ ਵੀ ਲੱਗੇ ਸੀ। ਧੱਕਾ ਮੁੱਕੀ ਹੋ ਸਕਦੀ ਹੈ, ਧੱਕੇ ਨਾਲ ਤਾਂ ਕੁਝ ਵੀ ਕਰ ਲਓ ਤੁਸੀਂ। ਹਾਂਜੀ, ਹਾਂਜੀ। ਉਹ ਤਾਂ ਜਿਹਦੇ ਕੋਲੇ ਪਾਵਰ ਹੈ, ਪਾਵਰ ਧੱਕਾ ਮੁੱਕੀ ਕਰ ਸਕਦਾ, ਲੇਕਿਨ ਜੇ ਆਮ ਤੌਰ ਦੇ ਉੱਤੇ ਆਪਾਂ ਦੇਖੀਏ ਨੈਤਿਕ ਪੱਖ ਤੋਂ ਠੀਕ ਨਹੀਂ। ਇੱਕ ਉਸ ਵੇਲੇ ਜਦੋਂ ਅਸੀਂ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਹੋਈਏ, ਜਦੋਂ ਅਸੀਂ ਇਹ ਕਹਿੰਦੇ ਹੋਈਏ, ਦਾਅਵਾ ਕਰਦੇ ਹੋਈਏ ਕਿ ਅਸੀਂ ਪਹਿਲਾਂ ਵਰਗੇ ਨਹੀਂ ਹਾਂ, ਜਿਵੇਂ ਪਹਿਲੇ ਹਾਕਮ ਹੁੰਦੇ ਸੀ ਅਸੀਂ ਉਹ ਨਹੀਂ, ਅਸੀਂ ਲੋਕਤੰਤਰਕ ਕਦਰਾਂ ਕੀਮਤਾਂ ਦੀ ਇੱਜ਼ਤ ਕਰਦੇ ਹਾਂ, ਸਤਿਕਾਰ ਦਿੰਦੇ ਹਾਂ, ਉਹਨਾਂ ਨੂੰ ਅੱਗੇ ਦਿੰਦੇ ਹਾਂ। ਉਹ ਜੇ ਨਹੀਂ ਹੁੰਦੀ ਤਾਂ ਫਿਰ ਤਾਂ ਇਹਦਾ ਮਤਲਬ ਹੈ ਵੀ ਇਹਨਾਂ ਤੇ ਉਹਨਾਂ 'ਚ ਕੋਈ ਫਰਕ ਹੀ ਨਹੀਂ ਹੋਣਾ। ਇੱਥੇ ਇੱਕ ਵੱਡੀ ਗੱਲ, ਆਪਾਂ ਜਦੋਂ ਬਦਲਾਅ ਦੀ ਗੱਲ ਕਰਦੇ ਨਾ, ਬਦਲਾਅ ਦੀ ਗੱਲ ਕਰਦੇ ਕਿ ਬਦਲਾਅ ਦਾ ਮਤਲਬ ਇਹ ਨਹੀਂ ਕਿ ਬੰਦੇ ਬਦਲ ਗਏ। ਜੀ, ਜੀ। ਬਦਲਾਅ ਦਾ ਮਤਲਬ ਹੈ ਕਿ ਪ੍ਰਣਾਲੀ ਹੈ, ਜਿਹੜੀ ਸਿਸਟਮ ਹੈ, ਸਿਸਟਮ ਦੇ ਵਿੱਚ ਜਿਹੜੀ ਖਾਮੀਆਂ ਹੈ ਉਹਨੂੰ ਦੂਰ ਕਰਕੇ ਚੰਗਾ ਪੱਖ ਲੈ ਕੇ ਆਉਂਦੀ ਹੈ। ਸਿਹਤਮੰਦ ਸਮਾਜ ਉਹ ਹੁੰਦਾ ਹੈ ਜਿੱਥੇ ਤੁਸੀਂ ਲੋਕਤੰਤਰਕ ਢੰਗ ਤਰੀਕਿਆਂ ਦੇ ਨਾਲ, ਬਹੁਗਿਣਤੀ ਦੀ ਵੀ, ਜੇ ਕਈ ਵਾਰੀ ਬੰਦੇ ਦੇ ਕੋਲ ਬਹੁਗਿਣਤੀ ਹੁੰਦੀ ਹੈ, ਬਹੁਗਿਣਤੀ ਵਾਲੇ ਗਲਤ ਵੀ ਹੁੰਦੇ, ਬਿਲਕੁਲ, ਲੇਕਿਨ ਉਹ ਬਹੁਗਿਣਤੀ ਵਾਲਿਆਂ ਨੂੰ ਵੀ ਮੰਨਣਾ ਪੈਂਦਾ ਵੀ ਚਲੋ ਠੀਕ ਆ ਭਾਈ, ਇਹਨਾਂ ਦੇ ਕੋਲੇ ਆਪਣੇ ਕਰ ਲਈ, ਇਹਨਾਂ ਨੇ ਕੱਲ ਨੂੰ ਉਹਨਾਂ ਦੇ ਗਲਤ ਕੰਮਾਂ ਨੂੰ ਭੁਗਤਣੇ ਪੈਣਗੇ। ਬੜਾ ਕੁਝ ਹੋ ਜਾਂਦਾ ਹੁੰਦਾ ਹੈ, ਪਰ ਇਹ ਧੱਕੇ ਨਾਲ ਕੁਝ ਵੀ ਹੋ ਸਕਦਾ। ਜੇ ਆਪਾਂ ਦੇਖੀਏ ਨੈਤਿਕ ਪੱਖ ਤੋਂ ਉਹ ਗਲਤ ਹੈ ਸਾਰਾ ਕੁਝ। ਜੀ, ਜੀ। ਤੇ ਢਿੱਲੋਂ ਸਾਹਿਬ, ਤੁਹਾਨੂੰ ਪਤਾ ਹੋਣਾ ਕਿ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਪੈਨਲ ਬਣਾਇਆ ਜੀ। ਉਹ ਪੈਨਲ ਦੀ ਕਹਿੰਦੇ ਸੁਪਰੀਮ ਕੋਰਟ 'ਚ ਤਾਂ ਉਹ ਰਿਪੋਰਟ ਗਈ ਨਹੀਂ, ਕਹਿੰਦੇ ਪਹਿਲਾਂ ਹੀ ਲੀਕ ਹੋ ਗਈ। ਨਹੀਂ ਜੀ, ਉਹ ਸੁਪਰੀਮ ਕੋਰਟ 'ਚ ਰਿਪੋਰਟ ਦੇਤੀ ਸੀ। ਅਸਲ ਦੇ ਵਿੱਚ ਉਹ ਪੈਨਲ ਜਿਹੜਾ ਬਣਾਇਆ ਸੀ ਨਾ, ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਸੀ, ਉਹਦਾ ਕਿਸੇ ਨੇ ਪਟੀਸ਼ਨ ਵਗੈਰਾ ਨਹੀਂ ਪਾਈ ਸੀਗੀ। ਜਿਹੜੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ, ਉਹਨਾਂ ਨੇ ਕੋਈ ਪਟੀਸ਼ਨ ਨਹੀਂ ਪਾਈ ਸੀ। ਆਪਾਂ ਨੂੰ ਇਹ ਪਤਾ ਹੈ ਕਿ 40 ਕਿਸਾਨ ਜਥੇਬੰਦੀਆਂ ਦਾ ਇੱਕ ਮੋਰਚਾ ਬਣਿਆ ਸੀ ਜੀ। 40 ਕਿਸਾਨ ਜਥੇਬੰਦੀਆਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ। ਉਸ ਅੰਦੋਲਨ ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਸਮਰਥਨ ਦਿੱਤਾ ਸੀ। ਕਿਤੇ ਛੋਟੀ ਕਿਤੇ ਵੱਡੀ, ਟੋਟਲ ਕੁੱਲ ਮਿਲਾ ਕੇ ਆਪਾਂ ਦੇਖੀਏ 450 ਜਥੇਬੰਦੀਆਂ ਉਸ ਅੰਦੋਲਨ ਦੇ ਵਿੱਚ ਕੁੱਦੀਆਂ ਸੀ ਜੀ। ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਹੈ, ਉਸ ਵੇਲੇ ਆਪਾਂ ਦੇਖਦੇ ਰਹੇ, ਵੱਖ-ਵੱਖ ਹਿੱਸਿਆਂ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਹੁੰਦੀਆਂ ਰਹੀਆਂ। ਔਰ ਕਿਉਂਕਿ ਕਮਾਂਡ ਪੰਜਾਬ ਦੇ ਹੱਥ ਵਿੱਚ ਸੀ ਤੇ ਉੱਥੇ ਡਿਮਾਂਡ ਇਹ ਹੁੰਦੀ ਸੀ ਉਹਨਾਂ ਸੂਬਿਆਂ ਦੇ ਕਿਸਾਨਾਂ ਵੱਲੋਂ ਕਿ ਭਾਈ ਇੱਕ ਦੋ ਪਗੜੀ ਧਾਰੀ ਸਰਦਾਰ ਜ਼ਰੂਰ ਲੈ ਆਇਓ, ਜਿਹੜੇ ਆ ਕੇ ਇੱਥੇ ਆਪਣੀ ਗੱਲ ਕਰਨ ਜੀ। ਸੋ ਉਹ ਬਹੁਤ ਅੰਦੋਲਨ ਸਿਖਰ ਤੇ ਗਿਆ ਸੀ। ਉਸ ਵੇਲੇ ਫਿਰ ਕੀ ਕੀਤਾ ਸੀ, ਜਿਵੇਂ ਸਰਕਾਰਾਂ ਦੀਆਂ ਕਠਪੁਤਲੀਆਂ ਹੁੰਦੀਆਂ ਕੁਝ ਕਿਸਾਨ ਜਥੇਬੰਦੀਆਂ, ਇਹ ਜਿਹੇ ਤੋਂ 2-4 ਤੋਂ ਕੁਛ ਜਿਹੜੀਆਂ ਹੈਗੀਆਂ ਦਰਖਾਸਤਾਂ ਵਗੈਰਾ ਵੀ ਕਰਵਾਤੀਆਂ ਸੀ। ਸ਼ਾਇਦ ਕਿਸੇ ਨੇ ਪਟੀਸ਼ਨ ਵੀ ਪਾਤੀ ਹੋਵੇ ਸੁਪਰੀਮ ਕੋਰਟ। ਤਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹ ਮਾਮਲੇ ਨੂੰ ਨਿਪਟਾਉਣ ਵਾਸਤੇ ਇੱਕ ਕਮੇਟੀ ਬਣਾ ਦਿੰਦੇ ਆ। ਉਹਦੇ ਚ ਉਹਨਾਂ ਨੇ 3-4 ਮੈਂਬਰ ਕਮੇਟੀ ਦੇ ਪਾਤੇ ਸੀ ਜੀ। ਇੱਕ ਪੰਜਾਬ ਦੇ ਵਿੱਚੋਂ ਵੀ ਪਾਇਆ ਸੀ ਸਰਦਾਰ ਭੁਪਿੰਦਰ ਸਿੰਘ ਮਾਨ। ਭੁਪਿੰਦਰ ਸਿੰਘ ਮਾਨ ਵੀ ਆਪਣੀ ਕਿਸਾਨ ਯੂਨੀਅਨ ਮਾਨ ਦੇ ਇੱਕ ਬੜੇ ਵੱਡੇ ਲੀਡਰ ਹੈਗੇ, ਕਰਤਾ ਧਰਤਾ ਹੈ। ਹਾਂ, ਮਾਝੇ ਚੋਂ ਜੇ ਆਪਾਂ ਸ਼ੁਰੂ ਦੇ ਵਿੱਚ ਦੇਖੀਏ, ਜਦੋਂ ਕਿਸਾਨ ਯੂਨੀਅਨ ਬਣੀ ਹੈ ਉਦੋਂ ਕਿਸਾਨ ਯੂਨੀਅਨ ਬਣਾਉਣ ਵਾਲੇ ਬੰਦੇ 3-4 ਹੀ ਸੀ ਜੀ। ਅਜਮੇਰ ਸਿੰਘ ਲੱਖੋਵਾਲ ਵੀ ਉਹਨਾਂ ਦੇ ਵਿੱਚ ਹੁੰਦੇ ਸੀ। ਉਹ ਤੋਂ ਪਹਿਲਾਂ ਗੁਰਮੁਖ ਸਿੰਘ ਸੀਗੇ ਇੱਕ, ਫਿਰ ਇਹ ਸਰਦਾਰ ਭੁਪਿੰਦਰ ਸਿੰਘ ਮਾਨ ਸੀ, ਔਰ ਨਾਲ ਹੀ ਬਲਵੀਰ ਸਿੰਘ ਰਾਜੇਵਾਲ ਵਰਗੇ ਇਹ ਬੰਦੇ ਹੁੰਦੇ ਸੀ। ਪਹਿਲੀ ਜਥੇਬੰਦੀ ਇਹਨਾਂ ਨੇ ਬਣਾਈ ਸੀ ਜੀ। ਫਿਰ ਉਹ ਜਥੇਬੰਦੀ ਦੇ ਵਿੱਚ ਫੁੱਟ ਪੈਂਦਿਆਂ ਕਈ ਵਾਰੀਆਂ ਹੋ ਗਈਆਂ, ਲੇਕਿਨ ਜਦੋਂ ਪੰਜਾਬ ਦੇ ਕਿਸਾਨਾਂ ਦਾ ਰੋਹ ਪ੍ਰਚੰਡ ਹੋ ਗਿਆ ਤਾਂ ਸਰਦਾਰ ਭੁਪਿੰਦਰ ਸਿੰਘ ਮਾਨ ਨੇ ਆਪਣੇ ਆਪ ਨੂੰ ਅਲੱਗਾ ਕਰ ਲਿਆ ਸੀ ਉਸ ਕਮੇਟੀ ਨਾਲ। ਉਹਨਾਂ ਨੇ ਕਹਿਤਾ ਸੀ ਜੀ ਮੈਂ ਇਸ ਕਮੇਟੀ ਦੇ ਵਿੱਚ ਨਹੀਂ ਹੋਣਾ ਜੀ। ਜਿਹੜੇ ਬਾਕੀ 2 ਮੈਂਬਰ ਸੀ, ਉਹਨਾਂ ਮੈਂਬਰਾਂ ਦੇ ਵਿੱਚੋਂ ਉਹ ਮੈਂਬਰ ਹੈ ਜਿਹੜੇ ਮੈਂਬਰਾਂ ਨੇ ਹਮੇਸ਼ਾ ਹੀ ਇਹਦੇ ਹੱਕ ਵਿੱਚ ਲਿਖਿਆ ਜੀ। ਆਰਟੀਕਲ ਵੀ ਲਿਖਿਆ, ਉਹਨਾਂ ਨੇ ਬਿਆਨ ਵੀ ਦਿੱਤੇ ਆ ਕਿ ਜੀ ਇਸ ਕਿਸਮ ਦੇ ਕਾਨੂੰਨ ਹੋਣੇ ਚਾਹੀਦੇ ਕਿਉਂਕਿ ਇਹ ਕਾਨੂੰਨ ਜਿਹੜੇ ਹੈਗੇ ਜੀ ਇਹ ਕਾਰਪੋਰੇਟਰਾਂ ਦੇ ਹੱਕ ਵਿੱਚ ਜਾਂਦੇ ਆ। ਤੇ ਕਿਸਾਨਾਂ ਦੇ ਵਿੱਚੋਂ ਵੀ ਜੇ ਅਸੀਂ ਦੇਖੀਏ ਤਾਂ ਸਾਡੇ ਕਿਸਾਨਾਂ ਦੇ ਵਿੱਚੋਂ ਆਪਣੇ ਆਪ ਨੂੰ ਕਹਿੰਦੇ ਭਾਵੇਂ ਕਿਸਾਨ ਹੈ, ਲੇਕਿਨ ਬਹੁਤ ਸਾਰੇ ਲੋਕਾਂ ਨੇ ਕਾਰਪੋਰੇਟਰਾਂ ਦਾ ਰੂਪ ਧਾਰਨ ਕੀਤਾ ਹੋਇਆ। ਮੈਂ ਤੁਹਾਡੇ ਯਾਦ ਹੋਣਾ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਤਾਂ ਅਕਾਲੀ ਦਲ ਵੱਲੋਂ ਇਹਦੀ ਹਮਾਇਤ ਕੀਤੀ ਜਾਂਦੀ ਸੀ ਜੀ। ਮੈਂ ਉਸ ਵੇਲੇ ਵੀ ਕਹਿ ਰਿਹਾ ਸੀਗਾ ਕਿ ਅਕਾਲੀ ਦਲ ਦਾ ਜਿਹੜਾ ਇਸ ਵੇਲੇ ਜਿਹੜਾ ਪਰਿਵਾਰ ਕਰਤਾ ਧਰਤਾ ਅਕਾਲੀ ਦਲ ਦਾ, ਉਹ ਤਾਂ ਆਪਣੇ ਆਪ ਦੇ ਵਿੱਚ ਕਾਰਪੋਰੇਟ ਬਣਿਆ ਹੋਇਆ। ਬਿਲਕੁਲ। ਉਹਨਾਂ ਦੇ ਤਾਂ ਹਿੱਤਾਂ ਦੇ ਵਿੱਚ ਗੱਲ ਜਾਂਦੀ ਹੈ ਜਿਹੜੀ 1000, 1500, 4000, 5000
ਏਕੜਾਂ ਦੇ ਜਿਹੜੇ ਫਾਰਮ ਚਾਹੀਦੇ ਉਹ ਤਾਂ ਆਪ ਉਹਦੇ ਵਾਸਤੇ ਉਹਨਾਂ ਦੇ ਤਿਆਰ ਬੈਠੇ ਹੋ ਤਾਂ ਹਾਂ ਸੋ ਇਹ ਜਿਹੜੇ ਲੋਕ ਅਖਬਾਰਾਂ 'ਚ ਆਰਟੀਕਲ ਲਿਖਦੇ ਹੁੰਦੇ ਸੀ ਸਾਰਾ ਕੁਝ ਇਹ ਉਹੀ ਬੰਦੇ ਸੀ। ਉਹਨਾਂ ਬੰਦਿਆਂ ਦੇ ਵਿੱਚੋਂ ਜਦੋਂ ਵਾਪਸ ਹੋ ਗਏ ਫਿਰ ਇਹਨਾਂ ਨੇ ਆਪਣੀ ਜਿਹੜੀ ਇੱਕ ਰਿਪੋਰਟ ਪੇਸ਼ ਵੀ ਕਰਤੀ ਸੀ ਸੁਪਰੀਮ ਕੋਰਟ 'ਚ। ਮੇਰੇ ਖਿਆਲ ਮੁਤਾਬਕ 19 ਮਾਰਚ 2021 ਨੂੰ ਇਹਨਾਂ ਨੇ ਆਪਣੀ ਉਹ ਰਿਪੋਰਟ ਪੇਸ਼ ਕੀਤੀ ਸੀ ਜੀ। ਪਰ ਰੋਹ ਇੰਨਾ ਜ਼ਿਆਦਾ ਪ੍ਰਚੰਡ ਹੋ ਗਿਆ ਸੀ, ਅੱਗੇ 5 ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਗਈਆਂ ਸੀ। ਫਿਰ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਮੌਕੇ ਦੇ ਉੱਤੇ ਇੱਕ ਦਿਨ ਅਚਨਚੇਤ ਪ੍ਰਧਾਨ ਮੰਤਰੀ ਸਾਹਿਬ ਟੀਵੀ ਦੇ ਪਰਦਿਆਂ ਦੇ ਉੱਤੇ ਆਉਂਦੇ ਆ ਤੇ ਆ ਕੇ ਐਲਾਨ ਕਰਦੇ ਆ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣੇ। ਉਹਨਾਂ ਨੇ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ। ਇਹ ਰਿਪੋਰਟ ਨੂੰ ਜਨਤਕ ਕਰਨ ਵਾਸਤੇ ਕਮੇਟੀ ਦੇ ਜਿਹੜੇ ਮੈਂਬਰ ਹੈ, ਇਹਨਾਂ ਕਮੇਟੀ ਦੇ ਮੈਂਬਰਾਂ ਨੇ ਵਾਰੀ-ਵਾਰੀ ਚਿੱਠੀਆਂ ਵੀ ਲਿਖੀਆਂ ਸੀ ਸੁਪਰੀਮ ਕੋਰਟ ਨੂੰ ਜੀ ਕਮੇਟੀ ਕੀ ਹੈ ਇਹ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਲੇਕਿਨ ਸੁਪਰੀਮ ਨਹੀਂ ਕੀਤਾ ਸੀ ਕਿਉਂਕਿ ਉਦੋਂ ਸੁਪਰੀਮ ਕੋਰਟ ਦੀ ਸ਼ਾਇਦ ਰਾਏ ਇਹ ਬਣਦੀ ਸੀ ਕਿ ਅਸੀਂ ਇਹ ਤੇ ਸੁਣਵਾਈ ਕਰਾਂਗੇ, ਜਨਤਕ ਕਿਉਂ ਕੀਤਾ ਜਾਵੇ। ਜਦੋਂ ਕੇਂਦਰ ਸਰਕਾਰ ਨੇ ਕਾਨੂੰਨ ਵਾਪਸੀ ਲੈ ਲਏ ਔਰ ਉਹ ਪਾਰਲੀਮੈਂਟ ਦੇ ਰਾਹੀਂ ਵਾਪਸ ਲਏ ਹੈ, ਪਾਰਲੀਮੈਂਟ ਦੇ ਰਾਹੀਂ ਬਣਾਏ ਸੀ, ਪਾਰਲੀਮੈਂਟ ਦੇ ਰਾਹੀਂ ਵਾਪਸ ਲਏ, ਉਹਨਾਂ ਨੂੰ ਬਕਾਇਦਾ ਪ੍ਰਧਾਨ ਆਪਣੀ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਪ੍ਰਵਾਨਗੀ ਵੀ ਮਿਲੀ ਵਾਪਸ ਲੈਣ ਦੀ। ਸੋ ਇਹ ਜਿਹੜੀ ਹੁਣ ਇਹ ਜਿਹੜੀ ਆਪਣੀ ਰਿਪੋਰਟ ਹੈ ਬੇਅਰਥੀ, ਇਹਦੇ ਅਰਥ ਤਾਂ ਕੋਈ ਨਿਕਲਦੇ ਨਹੀਂ। ਇਹਦੇ ਬਾਵਜੂਦ ਵੀ ਕੱਲ ਜਿਹੜੇ ਹੈਗੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਿੱਲੀ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਨ ਵਾਲੇ ਜਿਹੜੇ ਸੱਜਣ ਹੈ ਉਹ ਵੀ ਉਸ ਕਮੇਟੀ ਦੇ ਮੈਂਬਰ ਹੈ। ਉਹਨਾਂ ਦਾ ਨਾਮ ਹੈ ਅਨਿਲ ਗਣਪਤ ਅਨਿਲ ਪ੍ਰਧਾਨ ਹੈ। ਅੱਛਾ ਜੀ। ਔਰ ਇਹ ਸਭ ਤੋਂ ਜ਼ਿਆਦਾ ਇਹੀ ਸੀ, ਇਹਨਾਂ ਨੇ ਕਿਹਾ ਜੀ ਇਹ ਤਾਂ ਬਹੁਤ ਵਧੀਆ ਰਿਪੋਰਟ ਹੈਗੀ। ਅਸੀਂ ਕਹਿੰਦੇ 3 ਵਾਰੀ ਪੱਤਰ ਲਿਖਦੇ ਉਹ ਵੀ ਆਦੀ ਇਹ ਗੱਲ ਮੰਨੀ ਜਾਂਦੇ ਹੈ। ਕਹਿੰਦੇ ਵੀ 3 ਕਾਨੂੰਨਾਂ ਨੂੰ ਭਾਵੇਂ ਰੱਦ ਕਰ ਦਿੱਤਾ ਗਿਆ ਤੇ ਸਾਡੀ ਇਹਦੀ ਰਿਪੋਰਟ ਦੀ ਪ੍ਰਸੰਗਿਕਤਾ ਕੋਈ ਨਹੀਂ ਰਹੀ, ਪਰ ਕਹਿੰਦੇ ਇਹਨੇ ਕਾਨੂੰਨਾਂ ਨੂੰ ਜਾਂ ਲੰਬੇ ਸਮੇਂ ਤੱਕ ਇਹਨਾਂ ਕਾਨੂੰਨਾਂ ਨੂੰ ਜਿਹੜਾ ਹੈਗਾ ਲਮਕਾ ਕੇ ਰੱਖਣਾ ਇਹ ਕਹਿੰਦੇ ਖੇਤੀ ਸੈਕਟਰ ਦੇ ਹਿੱਤਾਂ ਵਿੱਚ ਨਹੀਂ ਤੇ ਨਾ ਹੀ ਕਿਸਾਨਾਂ ਦੇ ਹਿੱਤਾਂ ਵਿੱਚ ਹੈ। ਉਹਨਾਂ ਦਾ ਅੱਗੇ ਕਹਿਣਾ ਕਹਿੰਦੇ ਜੀ ਅਸੀਂ ਇਹਦੇ ਬਾਰੇ ਬਹੁਤ ਸਾਰੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਹੈ, 73 ਜਥੇਬੰਦੀਆਂ ਨੇ ਕਹਿੰਦੇ ਇਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ ਹੈ ਔਰ ਉਹ ਜਿਹੜੀਆਂ 73 ਜਥੇਬੰਦੀਆਂ ਇਹਨਾਂ ਦੇ ਦਾਅਵੇ ਮੁਤਾਬਕ ਇਹ ਕਹਿੰਦੇ ਵੀ ਉਹਨਾਂ ਦੇ 3.3 ਕਰੋੜ ਕਿਸਾਨਾਂ ਦੀ ਉਹ ਨੁਮਾਇੰਦਗੀ ਕਰਦੀਆਂ। ਅੱਛਾ ਜੀ। ਹੁਣ ਦਾਨੇਵਾਲੀਆ ਸਾਹਿਬ ਜੇ 3 ਕਰੋੜ 3 ਪੁਆਇੰਟ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਹੈ, ਇੱਕ ਪਾਸੇ ਤਾਂ ਕਹਿੰਦੇ 73 ਜਥੇਬੰਦੀਆਂ, ਕਹਿੰਦੇ 40 ਜਥੇਬੰਦੀਆਂ ਨੂੰ ਅਸੀਂ ਵਾਰੀ-ਵਾਰੀ ਚਿੱਠੀਆਂ ਲਿਖਦੇ ਰਹੇ ਹਾਂ, ਪਹੁੰਚ ਕਰਦੇ ਰਹੇ ਹਾਂ। ਕਿਹੜੀਆਂ ਸੀ? ਜਿਹੜੀ 40 ਜਥੇਬੰਦੀਆਂ ਵਾਲਿਆਂ ਨੂੰ ਕਹਿੰਦੇ ਰਹੇ ਵੀ ਤੁਸੀਂ ਆ ਕੇ ਆਪਣਾ ਪੱਖ ਦੱਸੋ ਤੇ ਉਹਨਾਂ ਨੇ ਪੱਖ ਨਹੀਂ ਦੱਸਿਆ। ਹੁਣ ਉਹ 40 ਜਥੇਬੰਦੀਆਂ ਵਾਲੇ ਅਸਲ ਕਿਸਾਨ ਤਾਂ ਉਹਨਾਂ ਕਿਸਾਨਾਂ ਨਾਲ ਤਾਂ ਲੱਖਾਂ ਕਿਸਾਨ ਬੈਠੇ ਸੀ, ਲੱਖਾਂ ਕਿਸਾਨ ਤਾਂ ਬਾਰਡਰਾਂ ਤੇ ਬੈਠੇ ਸੀ ਨਾ, ਤੇ ਬਾਕੀ ਜਿਹੜੇ ਕਿਸਾਨਾਂ ਨੇ ਸਾਰੇ ਦੇਸ਼ ਦੇ ਵਿੱਚ ਥਾਂ-ਥਾਂ ਤੇ ਜਿਹੜੇ ਦੂਰ ਦਰਾਡੇ ਬੈਠੇ ਸੀ, ਐਡੀਆਂ ਮਹਾ ਪੰਚਾਇਤਾਂ ਕੀਤੀਆਂ, ਉਹਨਾਂ ਨੂੰ ਤੁਸੀਂ ਕਿਸ ਖਾਤੇ 'ਚ ਰੱਖੋਗੇ? ਜੇ ਤੁਹਾਡੇ ਕੋਲੇ 3.3 ਕਰੋੜ ਸੀ ਤੇ ਫਿਰ ਉਹਨਾਂ ਨੇ ਆ ਕੇ ਬਰਾਬਰ ਕਿਉਂ ਨਾ ਪ੍ਰੋਟੈਸਟ ਕੀਤਾ? ਬਿਲਕੁਲ। ਫਿਰ ਇਹ ਕਹਿੰਦੇ ਜੀ ਜਿਹੜੀ ਚੁੱਪ ਹੈ ਨਾ ਕਿਸਾਨ, ਜਿਹੜੇ ਚੁੱਪ ਰਹਿਣ ਵਾਲੇ ਜਿਹੜੇ ਸ਼ਾਂਤ ਕਿਸਾਨ ਹੈ, ਕਹਿੰਦੇ ਉਹਨਾਂ ਦੀ ਜਿਹੜੀ ਹੈ ਨਾ ਗੱਲ ਨਹੀਂ ਸੁਣੀ ਗਈ। ਗੱਲ ਭਾਈ ਆਪਣੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਦਾਨੇਵਾਲੀਆ ਸਾਹਿਬ ਕਿ ਬੱਚਾ ਜੇ ਨਾ ਰੋਵੇ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਹਾਂ ਬਿਲਕੁਲ ਜੀ, ਰੋਏ ਬਿਨਾ ਤਾਂ ਕੋਈ ਠੀਕ ਹੈ ਨਾ। ਜੇ ਇਹ ਕਿਸਾਨ ਰੋਏ ਪਿੱਟੇ, ਇਹਨਾਂ ਨੇ ਕੋਈ ਬੰਦੂਕਾਂ ਨਹੀਂ ਚੱਕੀਆਂ, ਇਹਨਾਂ ਨੇ ਕੋਈ ਭੱਲੇ ਨਹੀਂ ਚੱਕੇ, ਇਹਨਾਂ ਨੇ ਕੋਈ ਇੱਟਾਂ ਡਲੇ ਨਹੀਂ ਮਾਰੇ, ਇਹਨਾਂ ਨੇ ਤਾਂ ਸਿਰਫ ਤੇ ਸਿਰਫ ਪ੍ਰੋਟੈਸਟ ਕੀਤਾ, ਸ਼ਾਂਤਮਈ ਪ੍ਰੋਟੈਸਟ ਕੀਤਾ। ਉਸ ਸ਼ਾਂਤਮਈ ਪ੍ਰੋਟੈਸਟ ਦੇ ਮੂਹਰੇ ਲੋਕ ਸ਼ਕਤੀ ਦੇ ਮੂਹਰੇ ਕੇਂਦਰ ਸਰਕਾਰ ਦੇ ਝੁਕਿਆ ਹੈ ਤੇ ਭਾਈ ਤੁਸੀਂ ਆਪਣੇ 3.3 ਕਰੋੜ ਬੰਦਿਆਂ ਨੂੰ ਕਹਿੰਦੇ ਵੀ ਤੁਸੀਂ ਕਹੋ ਜੀ ਇਹ ਤਾਂ ਗਲਤ ਹੈ, ਉਹਨਾਂ ਨੂੰ ਗਲਤ ਕਰਾਉਂਦੇ। ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਜਿਹੜਾ ਸਾਹ ਸੱਤ ਪਿਆ ਨਾ ਹਾਲੇ ਸੱਪ, ਉਹ ਕਹਿੰਦੇ ਨੇ ਸੱਪ ਮਰ ਗਿਆ, ਰੱਸੀ ਮੱਚ ਗਈ ਪਰ ਉਹਦੇ ਵਾਲ ਨਹੀਂ ਨਿਕਲੇ, ਉਹ ਵਾਲਾਂ ਦੇ ਵਿੱਚ ਹੈਗੇ ਹੈ। ਜਿਹੜੇ ਕਾਰਪੋਰੇਟਰਾਂ ਦੇ ਜਿਹੜੇ ਚੇਲੇ ਵਾਲਕੇ ਆ ਨਾ, ਉਹਨਾਂ ਨੇ ਕਾਰਪੋਰੇਟਰਾਂ ਦੇ ਚੇਲੇ ਵਾਲਕਿਆਂ ਨੂੰ ਹਾਲੇ ਤੱਕ ਇਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਹੈਗੇ ਉਹ ਜਿਹੜੇ ਕਾਨੂੰਨ ਬਣ ਜਾਣ। ਇਹਨਾਂ ਦੇ ਵਿੱਚੋਂ ਕੁਝ ਸਾਰੇ ਤਾਂ ਅਫਸਰ ਵੀ ਹੈਗੇ ਸੀ, ਜਿਹੜੇ ਅਫਸਰ ਕਾਰਪੋਰੇਟਰਾਂ ਦੇ ਹੱਕਾਂ ਦੇ ਵਿੱਚ ਚੱਲਣ ਵਾਲੇ ਅਫਸਰ ਸੀ। ਉਹਨਾਂ ਦੇ ਵਿੱਚੋਂ ਇੱਕ ਤਾਂ ਆਪਣੇ ਜ਼ਿਲ੍ਹੇ ਨਾਲ ਹੀ ਸੰਬੰਧਿਤ ਆਪਾਂ ਬੜੀ ਵਿਸਥਾਰ ਦੇ ਵਿੱਚ ਉਹਦੀ ਕਾਰਵਾਈ ਦੱਸੀ ਸੀ, ਵਿਵੇਕ ਅਗਰਵਾਲ ਕੇ ਕੀ ਹੈ। ਹਾਂਜੀ ਉਹ ਧੁਨੀ ਕਹਿੰਦੇ ਰਹਿਣ ਵਾਲੇ ਸੀ। ਕੱਲ ਮੈਂ ਇੱਕ ਹੋਰ ਰਿਪੋਰਟ ਪੜ੍ਹ ਰਿਹਾ ਸੀ, ਇੱਕ ਜਿਹੜਾ ਹੈਗੇ ਆ ਮੁਸਲਮਾਨ IAS ਅਫੀਸਰ ਹੈ ਮੱਧ ਪ੍ਰਦੇਸ਼ ਕਾਡਰ ਦੇ, ਔਰ ਉਹਨੇ ਹੁਣ ਤੱਕ ਉਹ ਬੰਦਾ 7 ਨਾਵਲ ਲਿਖ ਚੁੱਕਿਆ ਹੈ। ਅੱਛਾ ਜੀ। ਉਹ 7 ਨਾਵਲ ਲਿਖ ਚੁੱਕਿਆ ਤੇ ਉਹਨੇ ਕਿਹਾ ਕਿ ਕਸ਼ਮੀਰ ਫਾਈਲਸ ਦੀ ਗੱਲ ਤਾਂ ਹੋ ਰਹੀ ਹੈ, ਲੇਕਿਨ ਮੁਸਲਮਾਨਾਂ ਦੇ ਉੱਤੇ ਜਿਹੜਾ ਧੱਕਾ ਧੋਲਾ ਹੁੰਦਾ ਉਹ ਫਾਈਲ ਦੀ ਗੱਲ ਕਿਤੇ ਉਹਦੀ ਨਹੀਂ ਕੋਈ ਗੱਲ ਹੋ ਰਹੀ। ਤੇ ਉਹ ਕਹਿੰਦਾ ਵੀ ਉਹ ਜੀ ਕਸ਼ਮੀਰ ਫਾਈਲ ਵਰਗੀ ਕੋਈ ਫਿਲਮ ਬਣੇ, ਉਹ ਫਿਲਮ ਬਣਾਉਣ ਵਾਸਤੇ ਕਹਿੰਦੇ ਸ਼ਾਇਦ ਮੈਨੂੰ ਇੱਕ ਨਵਾਂ ਨਾਵਲ ਲਿਖਣਾ ਪਵੇ ਜੀ। ਤੇ ਮੈਂ ਜਦੋਂ ਉਹਦੀ ਸਟੋਰੀ ਪੜ੍ਹ ਰਿਹਾ ਸੀ ਦਾਨੇਵਾਲੀਆ ਸਾਹਿਬ, ਪਤਾ ਇਹ ਲੱਗਿਆ ਕਿ ਉਹ ਬੰਦਾ ਇੱਕ ਮੀਟਿੰਗ ਦੇ ਵਿੱਚ ਬੈਠਾ ਸੀ ਤੇ ਉਹਨੂੰ ਮੀਟਿੰਗ ਦੇ ਵਿੱਚੋਂ
ਕੱਢਤਾ ਸੀ ਵਿਵੇਕ ਅਗਰਵਾਲ ਨੇ ਕਿ ਗੈਟ ਆਊਟ। ਜੀ ਇੱਕ IAS ਅਫਸਰ ਨੂੰ ਕੱਢ ਦੇਣਾ ਤੇ ਜਿਹਦੀ ਲਗਭਗ 1.5 ਦਹਾਕੇ ਦੀ ਸਰਵਿਸ ਹੈ, ਤੇ 1.5 ਦਹਾਕੇ ਦੀ ਸਰਵਿਸ ਦੇ ਵਿੱਚ ਉਹਦੀਆਂ ਕਿੰਨੀਆਂ ਬਦਲੀਆਂ ਹੋਈਆਂ ਵੀ, ਹੁਣ ਉਹੇ ਜਿਹੇ ਅਫਸਰ ਜੀ ਤੇ ਇਹ ਘਨਪਤ ਵਰਗੇ ਜਿਹੜੇ ਕਮੇਟੀਆਂ ਦੇ ਮੈਂਬਰ ਹੈ, ਇਹ ਸਾਰੇ ਮੈਂਬਰ ਕਿਸ ਗੱਲ ਵਾਸਤੇ ਆ? ਇਹ ਕਾਰਪੋਰੇਟਰਾਂ ਦੇ ਬਗਲ ਬੱਚੇ ਹੈ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ। ਇਹਨਾਂ ਨੂੰ ਇਸ ਗੱਲ ਦਾ ਕਿ ਬਗਲ ਬੱਚੇ ਜਿਹੜੇ ਹੈਗੇ ਕਿਸੇ ਨਾ ਕਿਸੇ ਤਰੀਕੇ ਭਾਈ ਸਾਡਾ ਜਿਹੜਾ ਹੈਗਾ ਉਹ ਸਾਡੇ ਮਾਲਕਾਂ ਦਾ ਕੰਮ ਹੁੰਦਾ ਰਹੇ ਤੇ ਆਪਣੇ ਮਾਲਕਾਂ ਦੇ ਹੱਕ ਵਿੱਚ ਚੱਲਣ ਵਾਸਤੇ ਇਹ ਸਾਰਾ ਕੁਝ ਕਰਦੇ ਹੈ। ਪਰ ਇਹ ਭੁੱਲਦੇ ਆ ਇਸ ਗੱਲ ਨੂੰ ਕਿ ਜਿਹੜੀ ਲੋਕ ਸ਼ਕਤੀ ਹੁੰਦੀ ਹੈ ਨਾ, ਲੋਕ ਸ਼ਕਤੀ ਬਹੁਤ ਵੱਡੀਆਂ ਤਾਕਤਾਂ ਨੂੰ ਜਿਹੜੀ ਹੈਗੀ ਹੈ ਨਾ ਉਹ ਨਿਸਲ ਕਰ ਦਿੰਦੀ ਹੈ। ਤੇ ਜਿਹੜੇ ਨਰਿੰਦਰ ਮੋਦੀ ਬਾਰੇ ਕਹਿੰਦੇ ਹੁੰਦੇ ਸੀ ਕਿ ਨਰਿੰਦਰ ਮੋਦੀ ਨੇ ਜਿਹੜਾ ਫੈਸਲਾ ਲੈ ਕੇ ਵਾਪਸੀ ਨਹੀਂ ਹਿੱਲਿਆ, ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਕਿਸਾਨਾਂ ਨੇ ਉਹ ਫੈਸਲਾ ਵਾਪਸ ਕਰਵਾਇਆ ਔਰ ਕਰਵਾਇਆ ਆਪਦੇ ਏਕੇ ਦੇ ਜ਼ੋਰ ਦੇ ਉੱਤੇ। ਬਿਲਕੁਲ ਪਰ ਉਹ ਚੁੱਭ ਹੀ ਜਾਂਦਾ ਨਾ ਜੀ, ਉਹ ਚੁੱਭਦਾ ਹੈ ਬਿਲਕੁਲ, ਉਹ ਸੂਲਾ ਵਾਂਗੂ ਚੁੱਭਦਾ। ਬਿਲਕੁਲ ਤੇ ਹੁਣ ਕਹਿੰਦੇ ਆਪਣੇ ਜਿਹੜੇ ਨੇ ਸਾਡੇ ਗਵਰਨਰ ਸਾਹਿਬ, ਅੱਜ ਤੁਹਾਨੂੰ ਪਤਾ ਵੀ ਵਿਧਾਨ ਸਭਾ ਦਾ ਸੈਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਫਾਰਮਲੀ ਅੱਜ ਸਟਾਰਟ ਹੋਇਆ, ਤੇ ਅੱਜ ਫਿਰ ਗਵਰਨਰ ਸਾਹਿਬ ਦਾ ਭਾਸ਼ਣ ਵੀ ਹੋਇਆ ਹੋਊਗਾ ਜੀ ਉੱਥੇ। ਨਹੀਂ, ਅੱਜ ਤਾਂ ਵੈਸੇ ਜਿਹੜਾ ਮੇਰਾ ਖਿਆਲ ਹੈ ਜੀ ਮੁਲਤਵੀ ਹੋ ਗਿਆ ਸੈਸ਼ਨ, ਕਿਉਂਕਿ ਕੱਲ ਦੀ ਛੁੱਟੀ ਹੋ ਗਈ, ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ। ਅੱਜ ਵਿਧਾਨ ਸਭਾ ਦੇ ਵਿੱਚ ਹੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਪਹਿਲਾਂ ਇਹ ਛੁੱਟੀ ਸਿਰਫ ਤੇ ਸਿਰਫ ਹੁੰਦੀ ਸੀਗੀ ਜ਼ਿਲ੍ਹਾ ਨਵਾਂ ਸ਼ਹਿਰ ਤੱਕ ਸੀਮਤ ਸੀਗੀ, ਕਿਉਂਕਿ ਖਟਕੜ ਕਲਾਂ ਪਿੰਡ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਹੁੰਦਾ ਤੇ ਉੱਥੇ ਹੀ ਮੇਨ ਫੰਕਸ਼ਨ ਹੁੰਦਾ ਹੈ। ਜਾਂ ਫੰਕਸ਼ਨ ਤਾਂ ਵੈਸੇ ਹੁਸੈਨੀ ਵਾਲੇ ਵੀ ਹੁੰਦਾ ਹੈ ਜੀ, ਕਿਉਂਕਿ ਸ਼ਹੀਦੀ ਦਿਨ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ, ਸ਼ਹੀਦ ਕਰਨ ਤੋਂ ਬਾਅਦ ਸਾਡੇ ਉਹਨਾਂ ਮਹਾਨ ਸ਼ਹੀਦਾਂ ਦੇ ਜਿਹੜੀਆਂ ਬਾਡੀਜ਼ ਸੀਗੀਆਂ, ਉਹਨਾਂ ਬਾਡੀਜ਼ ਨੂੰ ਸਤਲੁਜ ਦੇ ਕੰਢੇ ਤੇ ਲਿਆ ਕੇ ਹੁਸੈਨੀਵਾਲ ਉੱਥੇ ਅੱਧ ਜਲਿਆ ਕਰਕੇ ਮਤਲਬ ਉਹਨਾਂ ਨੇ ਜਿਹੜਾ ਕਿਸਮ ਦਾ ਆਪਾਂ ਕਹਾਂਗੇ ਬਾਡੀਜ਼ ਦਾ ਨਿਰਾਦਰ ਕੀਤਾ ਸੀ ਅੰਗਰੇਜ਼ ਹਕੂਮਤ ਨੇ, ਔਰ ਬੜਾ ਵੱਡਾ ਵਿਰੋਧ ਹੋਇਆ ਸੀ ਜੀ। ਸੋ ਉੱਥੇ ਵੀ ਹੁੰਦਾ ਮੇਰਾ ਖਿਆਲ ਹੈ ਕੱਲ ਮੁੱਖ ਮੰਤਰੀ ਸਾਹਿਬ ਸ਼ਾਇਦ ਜਾਣਗੇ ਵੀ, ਤਾਂ ਇਸ ਕਰਕੇ ਕੱਲ ਇਹਨਾਂ ਨੇ ਜਿਹੜਾ ਹੈਗਾ ਉਹ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ, ਤੇ ਸੈਸ਼ਨ ਦੇ ਵਿੱਚੋਂ ਜਿਹੜਾ ਕੋਈ ਮਾੜਾ ਮੋਟਾ ਇਹਨਾਂ ਨੇ ਪਾਸ ਕਰਵਾਉਣਾ ਸੀ ਉਹ ਕਰਵਾ ਲਿਆ ਜੀ। ਪਰ ਇਹ ਜਿਹੜੀ ਇੱਕ ਰਵਾਇਤ ਹੁੰਦੀ ਹੈ ਦਾਨੇਵਾਲੀਆ ਸਾਹਿਬ, ਜਦੋਂ ਵੀ ਸੈਸ਼ਨ ਸ਼ੁਰੂ ਹੁੰਦਾ ਹੈ, ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ, ਗਵਰਨਰ ਜਿਹੜਾ ਉਹਦਾ ਸੰਵਿਧਾਨਕ ਮੁਖੀ ਹੁੰਦਾ ਹੈ, ਕਾਰਜਕਾਰੀ ਮੁਖੀ ਤਾਂ ਹੁੰਦਾ ਮੁੱਖ ਮੰਤਰੀ ਜਿਹਨੇ ਕੰਮ ਚਲਾਉਣਾ ਹੁੰਦਾ ਹੈ, ਲੇਕਿਨ ਗਵਰਨਰ ਜਿਹੜਾ ਉਹ ਸੰਵਿਧਾਨਕ ਮੁਖੀ ਹੁੰਦਾ ਸਰਕਾਰ ਦਾ। ਤੇ ਜਦੋਂ ਗਵਰਨਰ ਐਡਰੈਸ ਕਰਦਾ ਹੈ ਉਹਨੂੰ ਇਹ ਕਹਿੰਦੇ ਮੇਰੀ ਸਰਕਾਰ ਹੈ, ਮੇਰੀ ਸਰਕਾਰ ਅਸਲ ਕਈ ਥਾਂ ਵਰਤਦੇ ਮੇਰੀ ਸਰਕਾਰ। ਹਾਂਜੀ, ਕਈ ਥਾਵਾਂ ਦੇ ਉੱਤੇ ਆਪਾਂ ਨੂੰ ਇਹ ਪਤਾ ਕਿ ਗਵਰਨਰ ਸਾਹਿਬਾਨ ਦੇ ਸਰਕਾਰਾਂ ਦੇ ਨਾਲ ਮਤਭੇਦ ਵੀ ਆ ਜਾਂਦੇ ਹੈ। ਜਗਦੀਪ ਧਨਖੜ ਸਾਹਿਬ ਲੱਗੇ ਹੋਏ ਆ ਗਵਰਨਰ ਬੰਗਾਲ ਦੇ ਜੀ, ਤੇ ਤੁਸੀਂ ਦੇਖਿਆ ਹੋਣਾ ਕਿ ਬੰਗਾਲ ਦੇ ਵਿੱਚ ਗਵਰਨਰ ਦੀ ਬਜਾਏ ਉਹ ਇਉਂ ਮਤਲਬ ਐਕਟ ਕਰਦੇ ਆ ਜਿਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਹੋਣ, ਬਿਲਕੁਲ, ਜਾਂ RSS ਦੇ ਇੱਕ ਪ੍ਰਚਾਰਕ ਹੋਣ। ਉੱਥੇ ਬੀਬੀ ਮਮਤਾ ਬੈਨਰਜੀ ਨੂੰ ਠਿੱਠ ਕਰਨ ਦੇ ਵਿੱਚ ਉਹਨੇ ਕੋਈ ਕਸਰ ਨਹੀਂ ਛੱਡੀ ਉਸ ਗਵਰਨਰ ਨੇ, ਤੇ ਗਾਹੇ ਵਗਾਹੇ ਹੁਣ ਵੀ। ਅੱਜ ਤੁਹਾਨੂੰ ਯਾਦ ਆ ਪਿਛਲੇ ਜਿਹੜਾ ਸੈਸ਼ਨ ਹੋਇਆ ਸੀ, ਉਸ ਸੈਸ਼ਨ ਦੇ ਵਿੱਚ ਜਦੋਂ ਗਵਰਨਰ ਸਾਹਿਬ ਆਪਣਾ ਭਾਸ਼ਣ ਪੜ੍ਹਨ ਲੱਗਿਆ, ਬੀਜੇਪੀ ਦੇ ਮੈਂਬਰਾਂ ਨੇ ਹੋ ਹੱਲਾ ਕਰਤਾ, ਤੇ ਉਹ ਜਦੋਂ ਉਹ ਇਲਜ਼ਾਮ ਇਹ ਲਾਤਾ ਗਵਰਨਰ ਸਾਹਿਬ ਕਹਿੰਦੇ ਜਿਹੜੀਆਂ ਬੀਬੀਆਂ ਨਾ ਤ੍ਰਿਣਮੂਲ ਕਾਂਗਰਸੀਆਂ ਮੈਨੂੰ ਇਹ ਨਹੀਂ ਬੋਲਣ ਦੀਆਂ ਤੇ ਆਪਣਾ ਭਾਸ਼ਣ ਅਧਵਾਟੇ ਛੱਡ ਕਹਿੰਦੇ ਸੀ ਮੈਂ ਤਾਂ ਭਾਸ਼ਣ ਹੀ ਨਹੀਂ ਕਰਦਾ ਜੀ। ਉਦੋਂ ਬੀਬੀ ਮਮਤਾ ਬੈਨਰਜੀ ਨੇ ਬੜਾ ਮਨਾਇਆ ਉਹਨਾਂ ਨੂੰ ਕਿ ਇੱਕ ਅੱਧੀ ਲਾਈਨ ਪੜ੍ਹ ਦਿਓ, ਮਤਲਬ ਇੱਕ ਰਸਮ ਆਪਦੀ ਤੁਸੀਂ ਪੂਰੀ ਕਰ ਦਿਓ। ਸੋ ਇੱਕ ਰਸਮ ਹੁੰਦੀ ਹੈ, ਰਸਮੀ ਤੌਰ ਦੇ ਉੱਤੇ ਉਹਨਾਂ ਨੇ ਐਡਰੈਸ ਕਰਨਾ ਹੁੰਦਾ, ਲੇਕਿਨ ਜਿਹੜਾ ਐਡਰੈਸ ਹੁੰਦਾ ਹੈ ਇਹ ਐਡਰੈਸ ਗਵਰਨਰ ਦਾ ਆਪਣਾ ਨਹੀਂ ਹੁੰਦਾ, ਇਹ ਐਡਰੈਸ ਸਰਕਾਰ ਦਾ ਲਿਖਿਆ ਵਾ ਹੁੰਦਾ ਜੀ। ਸੋ ਇਹਦੇ ਰਾਹੀਂ ਜਿਹੜੀ ਹੁਣ, ਕਿਉਂਕਿ ਇਹ ਪਹਿਲਾ ਪਲੇਠਾ ਸੈਸ਼ਨ ਸੀ, ਇਹਦੇ ਵਿੱਚ ਸਪੀਕਰ ਸਾਹਿਬ ਦੀ ਵੀ ਕੱਲ ਆਪਾਂ ਜ਼ਿਕਰ ਕੀਤਾ ਸੀਗਾ, ਚੋਣ ਹੋ ਗਈ ਸੀ। ਹਾਂਜੀ, ਇਹਦੇ ਵਿੱਚ ਸਹੁੰ ਵੀ ਚੁਕਵਾਈ ਸੀਗੀ ਵਿਧਾਇਕਾਂ ਨੂੰ। ਪਰ ਨਾਲ ਜੇ ਆਪਾਂ ਦੇਖੀਏ ਵੱਡੀ ਗੱਲ ਇਹ ਹੈ ਕਿ ਹੁਣ ਉਹਨਾਂ ਨੇ 5 ਸਾਲਾਂ ਦਾ ਇੱਕ ਆਪਣੀ ਸਰਕਾਰ ਦਾ ਖਾਕਾ ਜਿਹੜਾ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈ ਉਹ ਉਹਨਾਂ ਨੇ ਦੱਸਿਆ। ਤੇ ਉੱਥੇ ਗਵਰਨਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਜੀ ਅਸੀਂ ਸੂਬੇ ਦੇ ਵਿੱਚੋਂ ਜਿਹੜੀ ਮੁੱਖ ਚੀਜ਼ ਹੈ ਉਹਨਾਂ ਨੇ ਕਿਹਾ ਨਸ਼ਿਆਂ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰ ਦੇਣਗੇ ਜੀ। ਇਹਦੇ ਨਾਲ ਉਹਨੇ ਦੋ ਗੱਲਾਂ ਹੋਰ ਵੀ ਕਹੀਆਂ ਕਿ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਹੈ ਜਿਹਨੂੰ ਅਸੀਂ ਲਾਅ ਐਂਡ ਆਰਡਰ ਕਰਦੇ ਹਾਂ, ਜਿੱਥੇ ਅਸੀਂ ਇਹਨੂੰ ਮੇਨਟੇਨ ਰੱਖਣਾ ਹੈ, ਉੱਥੇ ਕਹਿੰਦੇ ਵੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ ਉਹਨਾਂ ਘਟਨਾਵਾਂ ਦੀ ਜਾਂਚ ਵੀ ਕਰਵਾਈ ਜਾਊਗੀ। ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਇਸ ਮਾਮਲੇ ਦੇ ਵਿੱਚ, ਤਾਂ ਵੈਸੇ ਉਹਨਾਂ ਨੇ ਪਹਿਲ ਕਦਮੀ ਸ਼ੁਰੂ ਵੀ ਕਰ ਦਿੱਤੀ ਹੈ ਮਾਨ ਸਰਕਾਰ ਨੇ, ਕਿਉਂਕਿ ਜਿਹੜੀ ਪੁਰਾਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਉਸ ਟੀਮ ਦੀ ਬਜਾਏ ਇੱਕ ਨਵੀਂ ਟੀਮ ਜਿਹੜੀ ਹੈ ਗਠਿਤ ਕਰ ਦਿੱਤੀ ਹੈ। ਚੰਗੇ ਉਹਦੇ ਵਿੱਚ ਵਧੀਆ ਅਫਸਰ ਲਾਏ ਵੀ ਆ ਔਰ ਉਹਨਾਂ ਨੇ ਆਪਣਾ ਕੰਮ ਵੀ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਸਟਾਰਟ ਕਰ ਦਿੱਤਾ ਹੈ ਜੀ। ਸੋ ਜਿਹੜੀਆਂ ਹੋਰ ਗੱਲਾਂ ਗਵਰਨਰ ਸਾਹਿਬ ਨੇ ਕਹੀਆਂ, ਉਹਨਾਂ ਨੇ ਕਿਹਾ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ, ਚਾਹੇ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਿ ਕਾਂਗਰਸ ਦੀਆਂ ਸਰਕਾਰਾਂ ਸੀ, ਇਹਨਾਂ ਨੇ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਇਹ ਲੋਕਾਂ ਦੇ ਸੇਵਕ ਬਣ ਕੇ ਪੇਸ਼ ਨਹੀਂ ਹੋਏ, ਸਗੋਂ ਹਾਕਮ ਬਣ ਕੇ ਪੇਸ਼ ਹੋਏ ਤੇ ਲੋਕਾਂ ਨੂੰ ਗੁਲਾਮ ਬਣਾ ਕੇ
ਜਿਹੜਾ ਰੱਖਿਆ ਗਿਆ ਹੈ, ਉਹ ਕਹਿੰਦੇ ਵੀ ਮੇਰੀ ਸਰਕਾਰ ਜਿਹੜੀ ਹੈਗੀ ਹੈ ਲੋਕਤੰਤਰ ਪਰੰਪਰਾਵਾਂ ਦੀ ਪੂਰੀ ਰਾਖੀ ਕਰੂਗੀ। ਅਸੀਂ ਲੋਕਤੰਤਰਕ ਢੰਗ ਤਰੀਕਿਆਂ ਦੇ ਨਾਲ ਚੱਲਾਂਗੇ। ਗਵਰਨਰ ਸਾਹਿਬ ਨੇ ਦਾਅਵਾ ਕੀਤਾ ਹੈ, ਪਰ ਅਮਲ ਦੇ ਵਿੱਚ ਕੀ ਹੋ ਰਿਹਾ ਹੈ ਉਹ ਮੈਂ ਤੁਹਾਡੇ ਕੋਲ ਜ਼ਿਕਰ ਕਰ ਹੀ ਦਿੱਤਾ ਹੈ ਵੀ ਕਿ ਜੇ ਕਿਸੇ ਨੂੰ ਵਿਰੋਧੀ ਧਿਰ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਲਾਉਣਾ ਹੈ, ਉਹਨੂੰ ਲਾਉਣ ਵਾਸਤੇ ਵੀ ਪੁਲਿਸ ਦੀ ਦੁਰਵਰਤੋਂ ਹੁੰਦੀ ਹੈ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ, ਤੇ ਜੇ ਦੂਜੇ ਪਾਸੇ ਆਪਦੇ ਨੂੰ ਬਚਾਉਣਾ ਹੋਵੇ ਤੇ ਉੱਥੇ ਵੀ ਦੁਰਵਰਤੋਂ ਹੁੰਦੀ ਹੈ। ਕਿਉਂਕਿ ਨਾਲੇ ਜਿਹੜੇ ਇਹਨਾਂ ਦੇ ਵਿਧਾਇਕ ਸੀਗੇ ਆਪਣੇ ਉੱਥੋਂ ਦੇ ਅੰਮ੍ਰਿਤਸਰ ਦੇ ਪੁਰਾਣੇ IG ਸਾਹਿਬ, ਉਹ ਕਹਿੰਦੇ ਸੀ ਕਿ ਇੱਥੋਂ ਦੀ ਪੁਲਿਸ ਆਜ਼ਾਦ ਕਰਾਉਣ ਵਾਲੀ ਹੈ, ਇੱਥੋਂ ਦੀ ਬਿਊਰੋਕ੍ਰੇਸੀ ਆਜ਼ਾਦ ਕਰਾਉਣ ਵਾਲੀ ਹੈ। ਨਹੀਂ, ਉਹ ਜਿਹੜੇ ਆ ਉਹ ਵਿਧਾਇਕ ਜਿਹੜੇ ਹੈਗੇ ਵਿਧਾਇਕ ਹੈਗੇ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਉਸ ਬੰਦੇ ਨੇ ਤਾਂ ਆਪਦੀ ਨੌਕਰੀ ਛੱਡੀ ਹੈ ਔਰ ਉਹ ਗੱਲ ਕਹਿੰਦਾ ਹੈ ਕਿ ਮੈਂ ਪਟਨਾ ਸ਼ਹਿਰ ਤੋਂ ਆ ਰਿਹਾ, ਬਿਹਾਰ ਤੋਂ ਆਉਣਾ, ਮੈਂ ਉੱਥੋਂ ਨਾਲ ਸੰਬੰਧ ਰੱਖਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਸੀ। ਉਹਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਮੇਰੀ ਆਸਥਾ, ਜਿੰਨੀ ਮੇਰੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਹੋਰ ਸ਼ਾਇਦ ਕਿਸੇ ਦੀ ਹੋਵੇ ਜਾਂ ਨਾ ਹੋਵੇ, ਉਹਨਾਂ ਨੇ ਇਹ ਗੱਲ ਕਹੀ ਸੀਗੀ। ਪਰ ਅਗਲੀ ਜੇ ਆਪਾਂ ਗੱਲ ਦੇਖੀਏ ਤਾਂ ਉਹਨੇ ਕਿਹਾ ਸੀਗਾ ਕਿ ਮੇਰੇ ਦੇਸ਼ ਦੀ ਜਿਹੜੀ ਮੇਰੇ ਸੂਬੇ ਦੀ ਪੁਲਿਸ ਹੈ, ਪੁਲਿਸ ਨਹੀਂ ਮਾੜੀ ਜੀ, ਪੁਲਿਸ ਚੰਗੀ ਹੈ, ਲੇਕਿਨ ਇਸ ਪੁਲਿਸ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ, ਇਹਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ ਔਰ ਜਿਹੜੇ ਹਾਕਮ ਇਹਦੀ ਦੁਰਵਰਤੋਂ ਕਰਦੇ ਹੈ। ਇਹ ਗੱਲ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਹੀ ਸੀਗੀ। ਪਰ ਹੁਣ ਜਿਵੇਂ ਆਪਾਂ ਗੱਲ ਕਰ ਰਹੇ, ਗਵਰਨਰ ਸਾਹਿਬ ਨੇ ਕਿਹਾ ਜੀ ਅਸੀਂ ਲੋਕਤੰਤਰਕ ਕਦਰਾਂ ਕੀਮਤਾਂ ਦੀ ਰਾਖੀ ਕਰਾਂਗੇ, ਗੱਲ ਬਹੁਤ ਵਧੀਆ ਹੈ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਜੀ, ਇਹ ਬਦਲਾਅ ਦੇ ਹੱਕ ਵਿੱਚ ਪਾਈਆਂ, ਔਰ ਅਸੀਂ ਜਿਹੜਾ ਸਾਡੇ 'ਚ ਮੇਰੀ ਸਰਕਾਰ ਦੇ ਵਿੱਚ ਭਰੋਸਾ ਪ੍ਰਗਟ ਕੀਤਾ ਲੋਕਾਂ ਨੇ, ਅਸੀਂ ਉਸ ਭਰੋਸੇ ਨੂੰ ਬਰਕਰਾਰ ਰੱਖਾਂਗੇ, ਅਸੀਂ ਉਹਦੀ ਇੱਜ਼ਤ ਕਰਾਂਗੇ, ਉਹਦਾ ਸਤਿਕਾਰ ਕਰਾਂਗੇ। ਇਹ ਗਵਰਨਰ ਸਾਹਿਬ ਦਾ ਕਹਿਣਾ ਹੈ। ਗਵਰਨਰ ਸਾਹਿਬ ਇਹ ਵੀ ਕਹਿੰਦੇ ਕਿ ਲੋਕਤੰਤਰ ਵਿੱਚ ਅਸਲ ਤਾਕਤ ਲੋਕਾਂ ਦੇ ਹੱਥ ਹੁੰਦੀ ਹੈ, ਇਸ ਲਈ ਆਪ ਸਰਕਾਰ ਇਸ ਸਿਧਾਂਤ ਤੇ ਪਹਿਰਾ ਦੇਵੇਗੀ, ਜਦੋਂ ਕਿ ਪਹਿਲਾਂ ਵਾਲੇ ਸ਼ਾਸਕ ਜਿਹੜੇ ਹੈਗੇ ਉਹ ਸਾਰਾ ਕੁਝ ਇਹਦੇ ਉਲਟ ਕਰਦੇ ਹੁੰਦੇ ਸੀ। ਸਰਕਾਰੀ ਤੰਤਰ ਵਿੱਚੋਂ ਕਹਿੰਦੇ ਭ੍ਰਿਸ਼ਟਾਚਾਰ ਬਿਲਕੁਲ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ, ਇਹਨੂੰ ਕੱਢ ਦਿਆਂਗੇ ਜੀ। ਚੰਗੀ ਗੱਲ ਹੈ ਜੀ, ਕੱਢ ਦਿੱਤਾ ਜਾਵੇ। ਤੇ ਨਾਲ ਉਹਨੇ ਜਿਹੜੀਆਂ ਗੱਲਾਂ ਕੀਤੀਆਂ, ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਉੱਪਰ ਦੀ ਹਰ ਮਹਿਲਾ ਨੂੰ, ਹਰ ਔਰਤ ਨੂੰ 1000 ਰੁਪਈਆ ਜਿਹੜਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਜਿਹੜੀ ਗਰੰਟੀ ਦਿੱਤੀ ਸੀ ਕੇਜਰੀਵਾਲ ਸਾਹਿਬ ਨੇ, ਅਸੀਂ ਉਹਦੇ ਤੇ ਵੀ ਅਮਲ ਕਰਾਂਗੇ ਜੀ। ਔਰ ਜੇ ਉਹਨਾਂ ਨੂੰ ਪੈਨਸ਼ਨ ਵੀ ਮਿਲਦੀ ਹੈ, ਕੁਝ ਬੀਬੀਆਂ ਹੈਗੀਆਂ ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਵੀ ਮਿਲਦੀ ਹੈ, ਵਿਡੋ ਪੈਨਸ਼ਨ ਵੀ ਮਿਲਦੀ ਹੈ, ਜੇ ਕਹਿੰਦੇ ਪੈਨਸ਼ਨ ਵੀ ਮਿਲਦੀ ਹੈ ਉਹ ਵੀ ਮਿਲਦੀ ਰਹੂਗੀ। 1000 ਰੁਪਈਆ ਅਸੀਂ ਵੱਧ ਦੇਵਾਂਗੇ ਜੀ। ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ 300 ਯੂਨਿਟ ਜੀ ਬਿਜਲੀ ਹੈ ਉਹ ਫ੍ਰੀ ਦੇਣ ਦਾ ਫੈਸਲਾ ਕੀਤਾ ਗਿਆ। ਉਹ 300 ਗਜ ਦੀ ਜਿਹੜੀ ਯੂਨਿਟ ਕਹਿੰਦੇ ਅਸੀਂ ਹਰ ਘਰ ਨੂੰ ਫ੍ਰੀ ਦੇਵਾਂਗੇ। ਤੇ ਨਾਲ ਉਹਨਾਂ ਦਾ ਇਹ ਮੰਨਣਾ ਹੈ ਕਿ ਇਹਦੇ ਨਾਲ 80% ਜਿਹੜੀ ਹੈਗੀ ਹੈ ਆਬਾਦੀ, 80% ਦੀ ਪਾਪੂਲੇਸ਼ਨ ਹੈ ਜਿਹੜੀ, ਉਹ ਜਿਹੜੀ ਹੈਗੀ ਹੈ ਸਮਝ ਲਓ ਵੀ ਉਹਨੂੰ ਮੁਫਤ ਬਿਜਲੀ ਹੋ ਜੂਗੀ, ਕਿਉਂਕਿ 80% ਦੀ ਆਬਾਦੀ ਦੇ ਵਿੱਚ 300 ਦੇ ਕਰੀਬ 300 ਯੂਨਿਟਾਂ ਦੇ ਕਰੀਬ ਹੀ ਜਿਹੜੀ ਬਿਜਲੀ ਦੀ ਖਪਤ ਹੁੰਦੀ ਹੈ। ਛੋਟੇ ਘਰਾਂ ਵਾਲੇ ਜਿਹੜੇ ਮਤਲਬ ਜੇ ਆਪਾਂ ਕਹਿ ਸਕਦੇ ਗਰੀਬ ਲੋਕ ਕੇ ਦਰਮਿਆਨੇ ਬਹੁਤ ਜਿਹੜੇ ਹੈ ਨਿਮਨ ਨਿਮਨ ਮੱਧ ਵਰਗੀ ਲੋਕ, ਨਿਮਨ ਮੱਧ ਵਰਗੀ, ਇੱਕ ਤਾਂ ਮੱਧ ਵਰਗੀ ਹੁੰਦੇ ਆ ਨਾ, ਖਾਂਦੇ ਪੀਂਦੇ ਪੂਰੇ, ਲੇਕਿਨ ਇੱਕ ਨਿਮਨ ਮੱਧ ਵਰਗੀ ਹੁੰਦੇ ਆ, ਉਹ ਨਿਮਨ ਮੱਧ ਵਰਗੀ ਲੋਕ ਹੁੰਦੇ ਉਹਨਾਂ ਦੇ ਵਿੱਚ। ਉਹ ਕਹਿੰਦੇ ਵੀ ਇਹਨਾਂ ਨੂੰ 80% ਦੇ ਲੋਕਾਂ ਨੂੰ ਇਹਦਾ ਫਾਇਦਾ ਮਿਲੂਗਾ। ਇਹ ਗਵਰਨਰ ਸਾਹਿਬ ਨੇ ਬੜਾ ਠੋਕ ਵਜਾ ਕੇ ਵਾਅਦਾ ਜਿਹੜਾ ਕੱਲ ਦਾਅਵਾ ਕੀਤਾ ਹੈ, ਔਰ ਇਹ ਦਾਅਵੇ ਦੇ ਵਿੱਚ ਜਿਹੜਾ ਖਾਕਾ ਪੇਸ਼ ਕੀਤਾ ਇਹ 5 ਸਾਲਾਂ ਦਾ ਕੀਤਾ। ਹੁਣ ਦਾਨੇ ਵਾਲੀਆਂ ਸਭ ਇਹ ਗੱਲਾਂ ਤਾਂ ਸਾਰੀਆਂ ਕਹਿ ਦਿੱਤੀਆਂ, ਪਰ ਇਹਦੇ ਵਾਸਤੇ ਪੈਸਾ ਚਾਹੀਦਾ ਹੈ। ਬਿਲਕੁਲ ਚਾਹੀਦਾ। ਪੈਸਾ ਕਿੱਥੋਂ ਆਊਗਾ? ਵੱਡਾ ਸਵਾਲ ਇਹ ਹੈ ਕਿ ਪੈਸਾ ਕਿੱਥੋਂ ਆਊਗਾ। ਇਹਦੇ ਵਾਸਤੇ ਇੱਕ ਬਹੁਤ ਵਧੀਆ ਉਦਮ ਕੀਤਾ, ਮੈਂ ਪ੍ਰੇਜ਼ ਕਰਦਾ, ਐਪਰੀਸ਼ੀਏਟ ਕਰਦੇ ਆਪਾਂ ਭਗਵੰਤ ਮਾਨ ਦੀ ਸਰਕਾਰ ਨੂੰ, ਕਿ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਾਡੇ ਆਪਣੇ ਸਾਬਕਾ ਹੋ ਗਏ MLA ਸਾਹਿਬਾਨ 5 ਵਾਰੀ 6 ਵਾਰੀ ਦੇ ਬੜੇ ਹੋਏ ਹੈ, ਜਿਨ੍ਹਾਂ ਨੂੰ ਮੋਟੀਆਂ ਪੈਨਸ਼ਨਾਂ ਮਿਲਦੀਆਂ ਸੀ, ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਹੈਗੀਆਂ, ਇੱਕ ਬੰਦਾ ਇੱਕ MLA ਭਾਵੇਂ 15 ਵਾਰੀ MLA ਬਣ ਜੀ, ਇੱਕ ਬੰਦੇ ਨੂੰ ਕੋਈ ਪੈਨਸ਼ਨ ਮਿਲੂਗੀ। ਇਹ ਕਿਸਮ ਦੀ ਕਿਫਾਇਤ ਵਾਲੀ ਗੱਲ ਆ। ਆਪਾਂ ਇਹਨੂੰ ਕਹਾਂਗੇ ਠੀਕ ਹੈ, ਚੰਗੀ ਗੱਲ ਹੈ, ਖਰਚੇ ਘਟਾਉਣ ਵਾਲੀ ਗੱਲ ਹੈ, ਪਰ ਇਹਨਾਂ ਖਰਚਿਆਂ ਤੋਂ ਇਲਾਵਾ ਬਹੁਤ ਸਾਰੇ ਖਰਚੇ ਹੋਰ ਹੈ ਜਿਹੜੇ ਫਜ਼ੂਲ ਦੇ ਖਰਚੇ ਸਰਕਾਰੀ ਦਫ਼ਤਰਾਂ ਦੇ ਪਾਏ ਜਾਂਦੀ ਹੈ ਜੀ। ਫਜ਼ੂਲ ਦੇ, ਹੁਣ ਤੁਸੀਂ ਦੇਖੋ ਬਜਟ ਤਿਆਰ ਹੁੰਦਾ ਹੈ, ਉਹ ਕਹਿੰਦੇ ਜੀ ਆ ਬਜਟ ਤਿਆਰ ਕਰਤਾ,
ਜੀ ਬਜਟ ਹੁਣ ਇਸ ਮਹੀਨੇ ਦੇ ਵਿੱਚ ਕਿੰਨਾ ਸਾਨੂੰ ਸਾਰਾ ਕੁਝ ਦੇ ਦਿੰਦੇ ਆ। ਤੇ ਦਾਨੇ ਵਾਲੀ ਸਾਹਿਬ ਤੁਸੀਂ ਇਹ ਦੇਖੋ ਮਗਰਲੇ ਦਿਨਾਂ ਦੇ ਵਿੱਚ ਆ ਕੇ ਜੀ ਜੀ ਜਦੋਂ 31 ਮਾਰਚ ਤੋਂ ਪਹਿਲਾਂ ਫਿਰ ਪੈਸੇ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ। ਉਦੋਂ ਹੁੰਦਾ ਕਿ ਜਿਹੜਾ ਪੈਸਾ ਸਾਰਾ ਪਿਆ ਉਹ ਲਾ ਦਿਓ ਜੀ, ਔਰ ਕਿਉਂਕਿ ਜੇ ਉਹ ਪੈਸਾ ਲਾਇਆ ਜਾਊਗਾ ਤੇ ਫਿਰ ਵਾਧੂ ਪੈਸਾ ਫੇਰ ਆਉਂਦਾ ਹੈ। ਬਿਲਕੁਲ ਬਿਲਕੁਲ ਵਾਧੂ ਪੈਸਾ ਜਿਹੜਾ ਉਹਨਾਂ ਨੇ ਬਜਟ ਬਣਾਇਆ ਹੁੰਦਾ ਜੀ ਆ ਸਾਰਾ ਲੱਗ ਗਿਆ। ਉਸ ਵੇਲੇ ਬੜੀ ਜਿਹੜੇ ਦਬੜੂ ਘੁਸੜੂ ਦੇ ਵਿੱਚ ਜਿਹੜੀ ਕਿ ਫਿਰ ਉਹ ਡਿਵੈਲਪਮੈਂਟ ਦੇ ਕੰਮ ਹੁੰਦੇ ਆ, ਸੜਕਾਂ ਦੇ ਉੱਤੇ ਲੁੱਕ ਪਾ ਦਿਓ ਜੀ, ਝਿਮਕਾ ਪਾ ਦਿਓ, 10 ਦਿਨਾਂ ਬਾਅਦ ਫੇਰ ਪੱਟੀ ਜਾਂਦੀ ਹੈ। ਆਪਣੇ ਤਾਂ ਜਿਹੜੇ ਖਜ਼ਾਨਾ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਆ ਦੇਖੋ ਜੀ ਬਠਿੰਡੇ 'ਚ ਕਿੰਨਾ ਕੁਛ ਪਾਤਾ। ਤੇ ਤੁਹਾਡੇ ਸਾਡੇ ਯਾਦ ਹੀ ਆ ਵੀ ਲੋਕ ਡਿੱਗ ਕੇ ਜਿਹੜੀ ਉਹ ਸਾਰੀ ਸੜਕ ਜਿਹੜੀ ਹੈ ਸ਼ਾਮ ਨੂੰ ਸੜਕ ਬਣਦੀ ਸੀ ਤੇ ਸਵੇਰ ਨੂੰ ਪੱਟੀ ਪਈ ਹੁੰਦੀ ਸੀ ਉੱਤੇ। ਹਾਂ, ਮੁੜ ਕੇ ਜਦੋਂ ਰੌਲਾ ਪਾਇਆ ਮੀਡੀਆ ਨੇ, ਆਪਾਂ ਵੀ ਰੌਲਾ ਪਾਇਆ, ਆਪਾਂ ਰੇਡੀਓ ਪੰਜਾਬ ਟੂਡੇ ਦੇ ਪਲੇਟਫਾਰਮ ਤੋਂ ਇਹ ਗੱਲ ਕੀਤੀ ਤੇ ਫਿਰ ਉਹਨੂੰ ਚੱਕ ਕੇ ਪਾਈ ਜਾਂਦੇ ਸੀ, ਇਕੱਠਾ ਕਰਕੇ ਟਰਾਲੀਆਂ 'ਚ ਪਾ ਗਏ ਸੀ ਲੈ ਕੇ। ਇਹੋ ਜਿਹਾ ਕੁਛ ਹੁੰਦਾ ਹੈ। ਇਹਨਾਂ ਚੀਜ਼ਾਂ ਵੱਲ ਜਿਹੜੀ ਭ੍ਰਿਸ਼ਟਾਚਾਰ ਹੈ ਸਰਕਾਰੀ ਤੰਤਰ 'ਚ, ਭ੍ਰਿਸ਼ਟਾਚਾਰ ਖਾਸ ਕਰਕੇ ਜਿਹੜੇ ਕੰਸਟਰਕਸ਼ਨ ਨਾਲ ਸੰਬੰਧਿਤ ਹੈ, ਰੋਡਸ ਨਾਲ ਸੰਬੰਧਿਤ ਹੈ, ਜਿਹੜੇ ਮਹਿਕਮੇ ਹੈ ਉਹਨਾਂ ਮਹਿਕਮੇ ਦੇ ਉੱਤੇ ਰੱਖਣੀ। ਹੁਣ ਜਿਹੜੀ PWD ਦਾ ਮਹਿਕਮਾ ਹੈ ਜੀ, PWD ਦਾ ਮਹਿਕਮਾ ਜੀ, ਜਿਹੜੇ ਕਹਿੰਦੇ ਜਿਹਦੇ ਜੀਰ ਨੂੰ PWD ਦਾ ਮਹਿਕਮਾ ਮਿਲ ਜਾਂਦਾ ਕਹਿੰਦੇ ਉਹਦੀ ਲਹਿਰਾਂ ਬਹਿਰਾ ਹੋ ਜਾਂਦੀਆਂ। ਸਭ ਤੋਂ ਵੱਧ ਕਮਾਈ ਵਾਲਾ ਮਹਿਕਮਾ ਹੀ ਇਹ ਹੈ। ਔਰ ਦਾਨੇ ਵਾਲੀਆ ਸਾਹਿਬ ਜੇ ਆ ਪਿਛਲੀ ਸਰਕਾਰ ਵੇਲੇ ਦੇ ਕੱਢ ਕੇ ਦੇਖ ਲਓ ਤੁਸੀਂ। ਮੈਨੂੰ ਕਿਸੇ ਅਫਸਰ ਨਾਲ ਮੈਂ PWD ਦੇ ਨਾਲ ਬੈਠਾ ਗੱਲ ਕਰ ਰਿਹਾ ਸੀ, ਉਹਨੇ ਮੈਨੂੰ ਮੇਰੇ ਨਾਲ ਮਤਲਬ ਕੰਨ ਖੜੇ ਰਹਿ ਕੇ ਕਰੋੜਾਂ ਰੁਪਇਆ ਦੇ ਕੇ ਪ੍ਰਾਈਮ ਪੋਸਟਾਂ ਲਈਆਂ ਜਾ ਰਹੀਆਂ। ਅੱਛਾ ਦੱਸੋ, ਜੇ ਕਰੋੜਾਂ ਰੁਪਇਆ ਦੇ ਕੇ ਅਨਡਿਊ ਪ੍ਰਮੋਸ਼ਨਾਂ ਲਈਆਂ ਜਾਂਦੀਆਂ, ਅਨਡਿਊ ਬੰਦਾ ਜਿਹੜਾ ਉਹਦੇ ਵਾਸਤੇ ਡਿਜ਼ਰਵ ਨਹੀਂ ਕਰਦਾ ਹੁੰਦਾ ਉਹਨੂੰ ਉਹਨਾਂ ਨੌਕਰੀਆਂ ਤੇ ਲਾਇਆ ਜਾਂਦਾ ਹੈ। ਉਹ ਫਿਰ ਜਿਹੜੀ ਐਡੀ ਮੋਟੀ ਕਮਾਈ ਹੁੰਦੀ ਹੈ, ਉਹ ਮੋਟੀ ਕਮਾਈ ਜਿਹੜਾ ਖਰਚਾ ਕਰਦੇ ਤੁਸੀਂ ਕਮਾਈ ਕਿੰਨੀ ਕਰਦੇ ਹੋਣਗੇ। ਬਿਲਕੁਲ ਬਿਲਕੁਲ ਇਹ ਅੰਦਾਜ਼ਾ ਲਾਇਆ ਜਾ ਸਕਦਾ। ਸੋ ਗੱਲ ਇਹ ਹੈ ਕਿ ਜਦੋਂ ਖਾਲ ਦੇ ਵਿੱਚ ਦੀ ਪਾਣੀ ਜਾਂਦਾ ਹੋਵੇ ਤੇ ਪਾਣੀ ਰਾਹ ਦੇ ਵਿੱਚੋਂ ਹੋ ਜਾਏ, ਚੂਹੇ ਦੀ ਖੱਡ ਆ ਜਾਂਦੀ ਹੈ, ਲੀਕ ਹੋ ਜੇ, ਬਿਲਕੁਲ ਉਹ ਖੱਡ ਜੇ ਤਾਂ ਨਾਲ ਦੀ ਨਾਲ ਬੰਦ ਕਰ ਲਈਏ ਤਾਂ ਠੀਕ ਹੈ, ਨਹੀਂ ਤਾਂ ਫਿਰ ਖਾਲਾ ਹੀ ਟੁੱਟ ਜਾਂਦਾ ਹੈ। ਖਾਲਾ ਹੀ ਟੁੱਟ ਜਾਂਦਾ ਤੇ ਫਿਰ ਉਹ ਪਾਣੀ ਸਮਝਦਾ ਨਹੀਂ ਹੁੰਦਾ। ਵੱਡੇ ਮੋਗੇ ਦਾ ਪਾਣੀ ਦਾ ਬਿਲਕੁਲ ਨਹੀਂ ਹੁੰਦਾ। ਪੰਜਾਬ ਦੀ ਹਾਲਤ ਉਹ ਬਣੀ ਹੋਈ ਹੈ ਜੀ, ਪਰ ਪੰਜਾਬ ਨੂੰ ਖਾਧਾ ਜਾ ਰਿਹਾ ਹੈ। ਔਰ ਇਹਦੇ ਵਾਸਤੇ ਮਾਨ ਸਰਕਾਰ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ। ਜੇ ਤਾਂ ਇਹਨਾਂ ਚੀਜ਼ਾਂ ਨੂੰ ਕਾਬੂ ਕਰ ਗਏ ਫਿਰ ਤਾਂ ਸਭ ਕੁਝ ਇਹਨਾਂ ਦੀ ਬੱਲੇ ਬੱਲੇ ਹੋ ਜੂਗੀ। ਨਹੀਂ ਤਾਂ ਫਿਰ ਪਹਿਲਾਂ ਵਾਂਗੂ ਬੰਦੇ ਹੈ। ਇਹ ਕੇਜਰੀਵਾਲ ਨੇ ਵੀ ਮੰਨਿਆ ਵੀ ਜੇ ਅਸੀਂ ਪਰਫਾਰਮ ਨਾ ਕੀਤਾ ਤਾਂ ਜੋ ਪਹਿਲਾਂ ਨਾਲ ਹੋਈ ਆ ਸਾਡੇ ਨਾਲ ਵੀ ਹੋਊ। ਅੱਛਾ, ਇਹ ਵੀ ਗੱਲ ਆ ਗਈ ਨਾ, ਇਹਨਾਂ ਨੇ ਹੁਣ 12% ਦੇ ਵਾਧੇ ਦੇ ਨਾਲ 3 ਮਹੀਨਿਆਂ ਦਾ ਜਿਹੜਾ ਹੈ ਇਹਨਾਂ ਨੇ ਉਹ ਦੇ ਦਿੱਤਾ ਹੈ ਆਪਣਾ ਵਾਧਾ ਸ਼ਰਾਬ ਦੇ ਠੇਕੇਦਾਰਾਂ ਨੂੰ। ਪਰ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਦਿੱਲੀ ਤੋਂ ਵੀ ਕਨਸੂਆਂ ਆ ਰਹੀਆਂ ਨੇ ਜੀ। ਦਿੱਲੀ ਕੇਜਰੀਵਾਲ ਸਾਹਿਬ ਨੇ ਉੱਥੋਂ ਦੀ ਐਕਸਾਈਜ਼ ਪਾਲਿਸੀ ਬਣਾਈ ਸੀ, ਉਹ ਤਾਂ ਕਹਿੰਦੇ ਰੌਲ ਗਦੌਲੀ ਹੋ ਗਿਆ, ਘਾਟੇ ਬੜੇ ਪੈ ਰਹੇ ਨੇ ਠੇਕੇਦਾਰਾਂ ਨੂੰ। ਇੱਕ ਸ਼ਰਾਬ ਦੀ ਪੇਟੀ ਨਾਲ ਇੱਕ ਪੇਟੀ ਫ੍ਰੀ ਦਿੱਤੀ ਜਾ ਰਹੀ ਹੈ ਉੱਥੇ। ਉਹ ਤਾਂ ਫਿਰ ਠੇਕੇਦਾਰਾਂ ਨੇ ਜਿਹੜਾ ਇਹਦਾ ਮਤਲਬ ਠੇਕੇਦਾਰਾਂ ਨੇ ਬੇਟੀਆਂ ਚੱਕ ਕੇ ਫਾਹ ਲਿਆ ਹੋਣਾ ਨਾ, ਵੀ ਵੱਧ ਹੋ ਜਾਂਦੀਆਂ। ਵੈਸੇ ਦਿੱਲੀ ਦੀ ਹਾਲਤ ਤਾਂ ਇਹ ਬਣੀ ਹੋਈ ਸੀ, ਕਹਿੰਦੇ ਵੀ ਪਹਿਲਾਂ ਜਿਹੜੇ ਰਾਤ ਦੇ 10 ਵਜੇ ਤੱਕ ਸ਼ਰਾਬ ਦੇ ਠੇਕੇ ਖੁੱਲਦੇ ਸੀ, ਕਹਿੰਦੇ ਫਿਰ ਉਹ ਬੇਟਾਈਮ ਹੀ ਕਰਤੇ ਸੀ ਵੀ ਸਵੇਰ ਦੇ 4 ਵਜੇ ਤੱਕ ਸਾਰੀ ਰਾਤ ਹੀ ਖੁੱਲਦਾ ਸੀ। ਹਾਂ, ਫਿਰ ਕਹਿੰਦੇ ਇੱਕ ਜਿਹੜਾ ਹੈਗਾ ਏਰੀਆ ਦੇ ਵਿੱਚ ਜਿੱਥੇ ਇੱਕ ਠੇਕਾ ਹੁੰਦਾ ਸੀ ਉੱਥੇ ਕਹਿੰਦੇ 3-3 4-4 ਠੇਕੇ ਹੋ ਗਏ। ਹਾਲਤ ਇਹ ਬਣੀ ਪਈ ਆ। ਆਪਣੇ ਤੁਸੀਂ ਦੇਖ ਲਓ ਆਮ ਤੌਰ ਦੇ ਉੱਤੇ ਦਾਨੇ ਵਾਲੀਆ ਸਾਹਿਬ, ਜਿਹੜਾ ਸ਼ਰਾਬ ਦਾ ਕਾਰੋਬਾਰ ਹੈ ਇਹਨੂੰ ਤਾਂ ਕਮਾਈ ਦਾ ਕਾਰੋਬਾਰ ਸਮਝਿਆ ਜਾਂਦਾ ਮੁੱਖ ਤੌਰ ਦੇ ਉੱਤੇ। ਬਿਲਕੁਲ ਹੈਗਾ ਜੀ। ਆਮ ਤੌਰ ਦੇ ਉੱਤੇ ਨਿਯਮ ਹੈ ਕਿ ਜਿੱਥੇ ਮੰਦਿਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਸਕੂਲ ਹੋਵੇ, ਉੱਥੇ ਜਿਹੜੇ ਹੈਗੇ ਆ ਛੇਤੀ ਉਹਦੇ ਨੇੜੇ ਤੇੜੇ ਸ਼ਰਾਬ ਦਾ ਠੇਕਾ ਨਹੀਂ ਖੁੱਲ ਸਕਦਾ। ਪਰ ਇੱਥੇ ਤਾਂ ਬਠਿੰਡੇ ਦੇ ਵਿੱਚ ਦੇਖ ਲਓ, ਇੱਕ ਸਰਕਾਰੀ ਕਲੱਬ ਹੈਗਾ ਜਿਹੜਾ ਡਿਊਨ, ਉਹ ਸਕੂਲ ਦੀ ਕੰਧ ਨਾਲ ਬੱਚੇ ਵਿਚਾਰੇ ਜਿਹੜੇ ਹੈਗੇ ਉਹ ਮਗਰਲੇ ਪਾਸੇ ਦੇਖਦੇ ਸ਼ਰਾਬ ਦਾ ਜਿਹੜਾ ਦਰਿਆ ਵਹਿੰਦਾ। ਇਵੇਂ ਗੂੰਗੇ ਬੋਲਿਆਂ ਦਾ ਸਕੂਲ ਆ, ਸਕੂਲ ਦੇ ਵਿੱਚ ਹੀ 20 ਬਾਰ ਖੋਲਤੀ। ਤੁਸੀਂ ਦਾਨੇ ਵਾਲੀਆ ਸਾਹਿਬ ਤੁਸੀਂ ਸਕੂਲ ਗੱਲ ਕਰਦੇ ਹੋ, ਸਾਡੇ ਗੁਰੂ ਨਾਨਕ ਹਾਲ ਤੇ ਲਾਇਬ੍ਰੇਰੀ ਬਠਿੰਡੇ, ਗੁਰੂ ਨਾਨਕ ਹਾਲ ਤੇ ਲਾਇਬ੍ਰੇਰੀ ਜਿਹੜੀ ਹੁੰਦੀ ਸੀ ਉਹਨੂੰ ਸਾਡੇ ਹਾਕਮਾਂ ਨੇ ਨਿਜ਼ਾਮ ਬਦਲਣ ਵਾਲੇ ਨੇ ਨਮਾਜ਼ ਹੀ ਬਦਲਤਾ। ਨਮਾਜ਼ ਹੀ ਬਿਲਕੁਲ ਉਹ ਨਿਜ਼ਾਮ ਬਦਲ ਕੇ ਉੱਥੇ ਨਮਾਜ਼ ਬਦਲਤਾ। ਕਹਿੰਦੇ ਆ ਲੋ ਜੀ ਨਮਾਜ਼ ਬਦਲ ਕੇ ਉੱਥੇ ਕਹਿੰਦੇ ਜੀ ਇੱਕ ਕਲੱਬ ਖੋਲਤਾ, ਸਿਵਲ ਲਾਈਨਸ ਕਲੱਬ, ਕਹਿੰਦੇ ਇੱਥੇ ਮੁਰਗ ਮੁਸਲਮ ਉਡਾਓ। ਉਹ ਸੰਤ ਬਲਜੀਤ ਸਿੰਘ ਦਾਦੂ ਵਾਲਾ ਉਹਦੇ ਪ੍ਰੋਟੈਸਟ ਕਰਨ ਲੱਗ ਗਿਆ ਤੇ ਇਹਨੂੰ ਫੜ ਕੇ ਅੰਦਰ ਦਿੱਤਾ ਸੀ। ਤੇ ਬਾਅਦ ਦੇ ਵਿੱਚ ਤੁਹਾਡੇ ਯਾਦ ਹੋਣਾ ਵੀ ਫਿਰ ਉਹ ਦਾਦੂਵਾਲ ਨੇ ਵੀ ਆ ਕੇ ਬਠਿੰਡੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਵੋਟ ਜੀ ਨੂੰ ਮਰਜ਼ੀ ਆ ਪਾ ਦਿਓ ਯਾਰ, ਘੱਟੋ ਘੱਟ ਮਨਪ੍ਰੀਤ ਨੂੰ ਨਾ ਪਾਓ। ਕਿਉਂਕਿ ਇਹਨੇ ਜਿਹੜੇ ਹੈ ਗੁਰੂ ਨਾਨਕ ਹਾਲ ਤੇ ਲਾਇਬ੍ਰੇਰੀ ਹੈ ਜਿਹੜੀ ਜਿੱਥੇ ਪੜ੍ਹਾਈ ਵਾਲੀ ਲਾਇਬ੍ਰੇਰੀ ਵਿੱਚ ਤੁਹਾਨੂੰ ਪਤਾ ਬੜੀਆਂ ਮਿਆਰੀ ਕਿਤਾਬਾਂ ਹੁੰਦੀਆਂ, ਉੱਥੇ ਕੋਕ ਸ਼ਾਸਤਰ ਤਾਂ ਪੜ੍ਹੇ ਨਹੀਂ ਜਾਂਦੇ। ਉੱਥੇ ਤਾਂ ਮਤਲਬ ਮਿਆਰੀ ਕਿਤਾਬਾਂ ਲਾਇਬ੍ਰੇਰੀ ਚ ਤੇ ਗੁਰੂ ਨਾਨਕ ਦਾ ਨਾਂ ਹੋਵੇ ਉੱਥੇ ਵੀ ਇਹ ਖੁੱਲਦਾ ਗਜਬ ਸਾਈ ਦਾ। ਫਿਰ ਇਹੀ ਤਾਂ ਦੇਖਣ ਵਾਲੀ ਗੱਲ ਹੈ। ਹੁਣ ਜਿਹੜੀ 3 ਮਹੀਨੇ ਵਾਲੀ ਇਹਨਾਂ ਨੇ ਵਧਾ ਦਿੱਤਾ ਹੈ, ਉਹ 3 ਮਹੀਨੇ ਵਾਲਾ ਕਿਉਂਕਿ ਬਜਟ ਨਹੀਂ ਅਜੇ ਤੱਕ ਇਹਨਾਂ ਨੇ ਖਰਚਾ ਬਜਟ ਪ੍ਰਬੰਧ ਕਰਵਾਇਆ। 3 ਮਹੀਨਿਆਂ ਤੱਕ ਦਾ ਜਿਹੜਾ ਪ੍ਰਬੰਧ ਕੀਤਾ ਵੀ ਉਹਨੇ ਇੱਕ ਨਾਲ ਤਨਖਾਹਾਂ ਜਿਹੜੀਆਂ ਅਸਲ ਬਜਟ ਹੈ ਜਿਹੜਾ ਸਾਲ ਵਾਲਾ ਪੂਰਾ ਉਹ ਫਿਰ ਬਾਅਦ ਚ ਆਉਣਾ ਜੀ। ਤੇ ਉਧਰ ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਵੀ ਕਿਸ ਫਾਈਲ ਖੁੱਲ ਗਈ ਹੈ ਜੀ। ਖੁੱਲੀ ਹੈ ਜੀ। ਉਹ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਤੁਹਾਨੂੰ ਪਤਾ ਵੀ ਥੱਲੇ ਸੈਸ਼ਨ ਕੋਰਟ ਦੇ ਵਿੱਚੋਂ ਬਰੀ ਹੋ ਗਏ ਸੀ
ਜਿਹੜਾ ਗੁਰਨਾਮ ਸਿੰਘ ਟਰਾਂਸਪੋਰਟਰ ਹੈ ਉਹਦੇ ਨਾਲ ਕੋਈ ਝਗੜਾ ਹੋ ਗਿਆ ਸੀ, ਰੋਡ ਰੇਸ ਦਾ ਜੀ। ਝਗੜਾ ਸੀ, ਹੂੰ ਕੋਈ ਮੁੱਕਾ ਵੱਜ ਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ। ਹੂੰ ਉਹ ਮੌਤ ਤੋਂ ਬਾਅਦ ਲੋਅਰ ਕੋਰਟ ਚੋਂ ਬਰੀ ਹੋ ਗਏ ਸੀ, ਲੇਕਿਨ ਉਸ ਵੇਲੇ ਬਾਦਲ ਸਰਕਾਰ ਸੀ, ਬਾਦਲ ਸਰਕਾਰ ਨੇ ਅਪੀਲ ਕਰਤੀ ਸੀ, ਹਾਈ ਕੋਰਟ ਨੇ ਉਹਨਾਂ ਨੂੰ ਸਜ਼ਾ ਕਰਤੀ ਸੀ ਜੀ 3 ਸਾਲ ਦੀ, ਔਰ ਉਹ ਫਿਰ ਚਲੇ ਗਏ ਸੀ ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਰਾਹਤ ਇੰਨੀ ਕੁ ਮਿਲ ਗਈ ਸੀ, ਉਹਨਾਂ ਨੇ ਕਿਹਾ ਵੀ ਝਗੜਾ ਤਾਂ ਇਸ ਬੰਦੇ ਨੇ ਕੀਤਾ ਹੈ, 323 ਦੇ ਵਿੱਚ ਇਹਨੂੰ 1000 ਰੁਪਇਆ ਜੁਰਮਾਨਾ ਕੀਤਾ ਜਾਂਦਾ ਹੈ, ਲੇਕਿਨ ਜਿਹੜੀ ਮੌਤ ਹੋਈ ਹੈ ਗੁਰਨਾਮ ਸਿੰਘ ਦੀ ਉਹਦੇ ਚੋਂ ਇਹਨੂੰ ਬਰੀ ਕਰ ਦਿੱਤਾ ਜਾਂਦਾ ਹੈ। ਉਸ ਪਰਿਵਾਰ ਨੇ ਅਪੀਲ ਦਾਇਰ ਕੀਤੀ ਹੋਈ ਸੀ, ਜੀ ਰਿਵਿਊ ਅਪੀਲ ਕੇ ਜੀ ਇਹਦੇ ਤੇ ਵਿਚਾਰ ਕੀਤੀ ਜਾਵੇ, ਔਰ ਰਿਵਿਊ ਅਪੀਲ ਪਿਛਲੀ ਪੇਸ਼ੀ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਨੋਟਿਸ ਦਿੱਤਾ ਸੀ ਕਿ ਇਹਦੇ ਸੰਬੰਧ ਵਿੱਚ ਤੁਸੀਂ ਕਹੋ ਕੀ ਕਹਿਣਾ ਹੈ। ਜੀ ਔਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀਗਾ ਜੀ ਮਤਲਬ ਵੀ ਪਹਿਲੀ ਅਦਾਲਤ ਨੇ ਬੜਾ ਸੋਚ ਵਿਚਾਰ ਕੇ ਇਹਦੇ ਤੇ ਫੈਸਲਾ ਦਿੱਤਾ, ਇਹ ਕੇਸ ਬਣਨਾ ਹੀ ਨਹੀਂ। ਮੇਰੇ ਨਾਲ ਉਹਦੀ ਮੌਤ ਮੇਰੇ ਮਾਰਨ ਨਾਲ ਨਹੀਂ ਹੋਈ, ਉਹਦੀ ਮੌਤ ਤਾਂ ਕਿਸੇ ਹੋਰ ਹਿਸਾਬ ਨਾਲ ਹੋਈ ਹੈ ਜੀ ਲੇਕਿਨ ਉਹ ਪਰਿਵਾਰ ਇਸ ਗੱਲ ਦੇ ਉੱਤੇ ਵਜੀਦਾ ਕਿ ਜੀ ਜੇ ਸੱਟ ਮਾਰੀ ਤਾਂ ਹੀ ਬੰਦੇ ਦੀ ਮੌਤ ਪਈ ਹੈ ਨਾ, ਜੇ ਉਹਨੂੰ ਅਟੈਕ ਵੀ ਹੋਇਆ, ਜੋ ਵੀ ਕੁਛ ਹੋਇਆ ਤੇ ਉਹ ਉਹਦਾ ਕਰਕੇ ਹੋਇਆ ਜੀ। ਉਹਦੇ ਤੇ ਹੁਣ ਸੁਪਰੀਮ ਕੋਰਟ 'ਚ 25 ਨੂੰ ਜਿਹੜੀ ਹੈਗੀ ਹੈ ਜੀ 25 ਮਾਰਚ ਨੂੰ ਸੁਣਵਾਈ ਕਰ ਰਹੀ ਹੈ। 25 ਮਾਰਚ ਨੂੰ ਉਹਦੇ 'ਚ ਦੋਨਾਂ ਧਿਰਾਂ ਨੂੰ ਪੁੱਛਣਗੇ ਵੀ ਦੱਸੋ ਜੀ ਤੁਸੀਂ ਕੀ ਕਹਿਣਾ ਹੈ ਜੀ। ਅੱਜ ਕੱਲ 23 ਹੈ, ਪਰਸੋਂ 24 ਤੇ ਚੌਥੇ 25 ਹੈ ਜੀ। 25 ਤਾਰੀਖ ਨੂੰ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਦਾ ਕੀ ਹੁੰਦਾ ਹੈ, ਉਹਦੇ 'ਚ ਉਹਨਾਂ ਨੂੰ ਮਤਲਬ ਰਾਹਤ ਮਿਲਦੀ ਹੈ, ਬਰੀ ਹੁੰਦੇ ਹੈ। ਪਹਿਲੀ ਜਿਹੜੀ ਸੁਪਰੀਮ ਕੋਰਟ ਨੇ ਜਿਹੜੀ ਫੈਸਲਾ ਸੁਣਾਇਆ ਉਹੀ ਰਹਿੰਦੀ ਹੈ, ਜੇ ਉਹਨਾਂ ਦੀ ਸਜ਼ਾ 'ਚ ਵਾਧਾ ਹੁੰਦਾ, ਜੇ ਸਜ਼ਾ 'ਚ ਵਾਧਾ ਹੋ ਗਿਆ ਤਾਂ ਇਹ ਉਹਨਾਂ ਦੇ ਪੋਲੀਟੀਕਲ, ਵੈਸੇ ਦਾ ਪੋਲੀਟੀਕਲ ਜੀਵਨ ਤਾਂ ਉਹਨਾਂ ਨੇ ਆਪਣੇ ਆਪ ਹੀ ਆਪਦਾ ਕਰ ਹੀ ਲਿਆ ਜਿਹੋ ਜਿਹਾ ਕਰਨਾ ਸੀ, ਪਰ ਫਿਰ ਵੀ ਸਿਆਸਤਦਾਨ ਦੇ ਵਾਸਤੇ ਤਾਂ ਸਿਆਸਤ ਵੱਡੀ ਚੀਜ਼ ਹੁੰਦੀ ਹੈ, ਤੇ ਮੇਰਾ ਖਿਆਲ ਹੈ ਵੀ ਸਿਆਸਤ ਵਾਲੀ ਖੇਡ ਫਿਰ ਉਹਨਾਂ ਵਾਸਤੇ ਖਤਮ ਹੋ ਜਾਣੀ ਹੈ, ਕਿਉਂਕਿ ਜੇ 3 ਸਾਲ ਦੀ ਕਨਵਿਕਸ਼ਨ ਹੋ ਗਈ ਤਾਂ ਫਿਰ 3 ਸਾਲ ਉਹ ਤੇ 6 ਸਾਲ ਲਈ ਉਹਨਾਂ ਦਾ ਕੇਸ ਲੜਨਾ ਵੀ ਉਹਨਾਂ ਨੇ ਆਪਣਾ ਕੇਸ ਨਹੀਂ ਸੌਰੀ ਇਲੈਕਸ਼ਨ ਲੜਨਾ ਅਸੰਭਵ ਹੋ ਜਾਂਦਾ ਜੀ। ਸੋ ਚੰਡੀਗੜ੍ਹ ਹੋ ਜੀ, ਕੁਛ ਚੰਡੀਗੜ੍ਹ 'ਚ ਹੋਰ ਕੀ ਖਾਸ? ਅਸਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅੱਜ ਮੈਨੂੰ ਜਿਨ੍ਹਾਂ ਥਾਵਾਂ ਤੋਂ ਖਬਰਾਂ ਨਿਕਲਦੀਆਂ ਜੀ ਉਹਨਾਂ ਥਾਵਾਂ 'ਚ ਜਾ ਨਹੀਂ ਸਕਿਆ, ਮੈਨੂੰ ਜਾਣਾ ਪਿਆ ਕੁਝ ਪ੍ਰਸ਼ਾਸਨਿਕ ਕੰਮਾਂ ਧੰਦਿਆਂ ਦੇ ਵਿੱਚ ਜੀ। ਤੇ ਕੱਲ ਮੈਂ ਇੱਥੇ ਹੀ ਆ, ਲੱਗ ਜੂਗਾ ਜੀ ਪਤਾ ਸਾਰਾ ਵੀ ਕੀ ਕੁਝ ਨਿਕਲਦਾ ਇਹਦੇ ਚੋਂ। ਕੱਲ ਕਰ ਲਾਂਗੇ ਆਪਾਂ ਬਾਕੀ ਚੰਡੀਗੜ੍ਹ ਦੇ ਵਿੱਚੋਂ ਕੀ ਕੁਝ ਨਿਕਲ ਕੇ। ਠੀਕ ਹੈ, ਸ਼ੁਕਰੀਆ। ਸੋ